ਟਿਵਾਣਾ ਰੇਡੀਓ ਦੇ ਸਤਿਕਾਰਤ ਸਰੋਤਿਆਂ ਦਾ ਅੱਜ 16 ਅਗਸਤ ਸਨ 2021 ਸੋਮਵਾਰ ਦੀ ਸ਼ਾਮ ਦੇ ਇਸ ਪ੍ਰੋਗਰਾਮ ਦੇ ਵਿੱਚ ਭਾਗ ਦੂਜਾ ਦੇ ਵਿੱਚ ਸਵਾਗਤ ਹੈ। ਪਹਿਲੇ ਭਾਗ ਦੇ ਵਿੱਚ ਵਿਰਾਸਤੀ ਪ੍ਰੋਗਰਾਮ ਜੋਗਿੰਦਰ ਸਿੰਘ ਸਿਵੀਆ ਦਾ ਤੁਸੀਂ ਸੁਣਿਆ। ਇਸ ਭਾਗ ਦੇ ਵਿੱਚ ਸਿਆਸਤ ਤੇ ਚਰਚਾ ਕਰਨ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜੇ ਨੇ। ਸੋ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਰੋਜ਼ਾਨਾ ਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ 'ਚੋਂ ਅਸੀਂ ਲਾਈਵ ਹੁੰਦੇ ਹਾਂ। ਤੇ ਇਸ ਦੌਰਾਨ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੈ ਤਾਂ 9876309655 ਇਹ ਮੇਰਾ ਸੰਪਰਕ ਨੰਬਰ ਵੀ ਹੈ ਤੇ ਇਸ ਤੇ WhatsApp ਕਾਲ ਵੀ ਕੀਤੀ ਜਾ ਸਕਦੀ ਹੈ ਤੇ WhatsApp ਦੇ ਰਾਹੀਂ ਇਸ ਨੰਬਰ ਤੇ ਸਾਡੇ ਪ੍ਰੋਗਰਾਮ ਮੰਗਵਾਏ ਜਾ ਸਕਦੇ ਨੇ। ਸਾਡੀ ਵੈਬਸਾਈਟ ਹੈ tiwanaradio.com, ਉੱਥੇ ਵੀ ਪ੍ਰੋਗਰਾਮ ਸੁਣਿਆ ਜਾ ਸਕਦਾ ਹੈ। ਉੱਥੇ ਸਾਡੀਆਂ ਐਪਸ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ, ਡਾਊਨਲੋਡ ਕਰੋ, ਇੰਸਟਾਲ ਕਰੋ। ਅੱਗੇ ਦੋਸਤਾਂ ਮਿੱਤਰਾਂ ਨੂੰ ਦੱਸੋ। ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ, YouTube पेज का लिंक मिलेगा, सबसक्राइब करो, बैल आइकन दबाओ, शेयर करो। तो इस तो इलावा अमेरिका दे विच जे तुसीं तां कॉल टू लिसन नंबर है, जिस नंबर ते कॉल करके तुसीं पूरे अमेरिका दे विच इन्हां प्रोग्रामां नूं सुण सकदे हो। नंबर है 6679309260 667 930 9260। सुरेंद्रवीर, दौरे सियासत च की कुछ वापर रहा ते जोड़ तोड़ काफ़ी हो रहे ने ਪੰਜਾਬ ਦੀ ਸਿਆਸਤ ਦੇ ਵਿੱਚ। ਸਿੱਧੂ ਸਾਹਿਬ ਦੇ ਬਿਸਤਰੇ ਤੇ ਵੱਟ-ਵੁੱਟ ਤਾਂ ਨਹੀਂ ਪੈ ਗਏ ਇੱਕ ਦਿਨ 'ਚ? ਉਸਲ ਵੱਟੇ ਤਾਂ ਬਹੁਤ ਲੈਂਦਾ ਹੋਣਾ ਸਿੱਧੂ ਕਿ ਯਾਰ ਪ੍ਰਧਾਨ ਵੀ ਬਣ ਗਏ ਤੇ ਕੰਮ ਸੌਰ ਦਾ ਕੋਈ ਨਹੀਂ ਹੈ। ਪੜਾਸ ਪੜੂਸ ਕੱਢ ਕੇ ਕਿਉਂਕਿ ਕਿੱਥੇ ਘਰ ਦਾ ਮਾਹੌਲ, ਰਾਤ ਰੂਤ ਵੀ ਕੱਟੀ ਉੱਥੇ, ਜੇ ਬਿਸਤਰਾ ਹੀ ਵਿਛਾਇਆ ਅਜੇ। ਜੀ ਵੈਲਕਮ। ਬਿਸਤਰੇ ਤੇ ਰਾਤ ਵੀ ਨਹੀਂ ਸੁੱਤਾ ਤੇ ਦਿਨੇ ਵੀ ਨਹੀਂ ਸੁੱਤਾ ਅਜੇ। ਜੀ ਠੀਕ ਹੈ ਨਾ। ਹਾਂ, ਉਹ ਸ਼ਾਇਦ ਦੇਖੋ ਕਹਿਣ ਨੂੰ ਜੋ ਮਰਜ਼ੀ ਕਹੀਏ, ਪਰ ਇੱਕ ਗੱਲ ਤੇ ਆ ਕਿ ਪੋਲੀਟੀਸ਼ੀਅਨ ਤਾਂ ਪੋਲੀਟੀਸ਼ੀਅਨ ਆ, ਉਹ ਚੋਣਾਂ ਤੱਕ ਨਹੀਂ ਸੌਣਾ ਤੇ ਚੋਣਾਂ ਤੋਂ ਬਾਅਦ ਜਿਹੜੇ 5 ਸਾਲ ਉਹ ਮੁੜ ਕੇ ਉੱਠਣਾ ਨਹੀਂ ਬੈੱਡ ਤੋਂ। ਇਹ ਕਵਾਇਤ ਆ ਸਾਡੇ। ਇਸ ਕਰਕੇ ਤੇ ਹੈ ਤਾਂ ਵਾਅਦੇ ਦਾ ਪੱਕਾ। ਇਹਨੇ ਵਾਅਦਾ ਕੀਤਾ ਸੀ ਕਿ ਪਟਿਆਲੇ ਵਾਲਿਓ, ਅੰਮ੍ਰਿਤਸਰ ਵਾਲਿਓ, ਜਿੰਨੀ ਦੇਰ ਮੈਂ MP ਆ ਨਾ ਸਹੁਰੀ ਨਹੀਂ ਜਾਂਦਾ। ਇਹਦੇ ਸਹੁਰਾ ਸਾਹਿਬ ਦਾ ਭੋਗ ਸੀ ਪਟਿਆਲੇ, ਪਰ ਫਿਰ ਵੀ ਇਹ ਭੋਗ ਤੇ ਵੀ ਨਹੀਂ ਸੀ ਆਇਆ। ਇਹ ਹੈ ਤਾਂ ਜਿੱਦੀ ਬੰਦਾ। ਜੀ ਨਹੀਂ, ਜਿੱਦੀ ਤਾਂ ਹੈ ਆ। ਦੇਖੋ ਜਿੱਦੀ ਤਾਂ ਹੈ ਆ, ਪਰ ਜਿੱਦੀ ਨੂੰ ਘੇਰੀ ਸਾਰੀ ਜਨਤਾ ਬੈਠੀ ਹੈ ਨਾ, ਸਾਰੇ ਬੰਨਿਆਂ ਤੋਂ। ਸਾਰੀਆਂ ਪਾਰਟੀਆਂ ਜਿੱਦੀ ਇਕੱਲੇ ਨੂੰ ਘੇਰੀ ਬੈਠੀਆਂ ਨੇ। ਅਕਾਲੀ ਦਲ ਨੇ ਤਾਂ ਘੇਰਨਾ ਸੀ, BJP ਵੀ ਘੇਰੀ ਬੈਠੀ ਤੇ ਕਾਂਗਰਸ ਵੀ ਉਹਦੀ ਆਪਣੀ, ਖਾਸ ਕਰਕੇ ਮੁੱਖ ਮੰਤਰੀ ਜਿਹੜਾ ਉਹ ਆਪ ਘੇਰੀ ਬੈਠਾ ਉਹਨੂੰ। ਇਸ ਕਰਕੇ ਉਹਨੂੰ ਘੇਰਿਆ ਹੋਇਆ ਸਾਰੇ ਬੰਨਿਆਂ ਤੋਂ। ਕਿਤੇ ਖੁੱਲਾ ਛੱਡਣ ਫੇਰ ਨਜ਼ਾਰਾ ਤਾਂ ਫੇਰ ਹੈ ਨਾ, ਜਦੋਂ ਖੁੱਲਾ ਛੱਡਣਾ। ਹੁਣ ਪ੍ਰੋਬਲਮ ਤੇ ਇਹ ਆ ਕਿ ਸਾਰੇ ਬੰਨਿਆਂ ਤੋਂ ਘੇਰਿਆ ਹੋਇਆ ਵਾ। ਜਿਹੜੀ ਚਾਲ ਨਵਜੋਤ ਸਿੰਘ ਸਿੱਧੂ ਚੱਲਦਾ, ਉਸ ਤੋਂ ਪਹਿਲਾਂ ਅਕਾਲੀ ਦਲ ਚੱਲ ਦਿੰਦਾ। ਅਕਾਲੀ ਦਲ ਨੂੰ ਜਗਵੀਰ ਬਰਾੜ ਦੀ, ਜਿਹਨੂੰ ਜਲੀਲ ਕਰਕੇ ਅਕਾਲੀ ਦਲ ਚੋਂ ਕੱਢਿਆ ਗਿਆ ਸੀ ਮਨਪ੍ਰੀਤ ਦੇ ਨਾਲ, ਉਹਦੀ ਕਿਤੇ ਜ਼ਰੂਰਤ ਨਹੀਂ ਸੀ ਪਈ। ਪਰ ਹੁਣ ਜ਼ਰੂਰਤ ਪੈ ਗਈ। ਜੋ ਦੇਖਿਆ ਪ੍ਰਗਟ ਸਿੰਘ ਨੂੰ ਜਨਰਲ ਸਕੱਤਰ ਕਾਂਗਰਸ ਦਾ ਲਾਉਣ ਲੱਗੇ, ਨਾਲ ਦੀ ਨਾਲ ਉਹਨਾਂ ਨੂੰ ਜਗਵੀਰ ਬਰਾੜ ਦੀ ਜ਼ਰੂਰਤ ਪੈ ਗਈ। ਉਹਨੂੰ ਲਿਆ ਕੇ ਪਹਿਲੀ ਵਾਰ ਆ ਕਿ ਲਿਆਂਦਾ, ਨਾਲ ਦੀ ਨਾਲ ਕੈਂਡੀਡੇਟ ਅਨਾਉਂਸ ਕਰ ਦਿੱਤਾ। ਜਿਹੜੇ ਉੱਥੇ ਪਿਛਲੇ 10 ਸਾਲਾਂ ਤੋਂ ਸਿਰ ਖਪਾਈ ਕਰਦੇ ਮਰ ਗਏ। ਜਦੋਂ ਤੋਂ ਜਗਵੀਰ ਬਰਾੜ ਜਿਹੜਾ ਉਹਨੇ 2012 ਦੀ ਚੋਣ ਜਿਹੜੀ ਉਹ ਤਾਂ ਕਾਂਗਰਸ ਵੱਲੋਂ ਲੜੀ ਸੀ, ਉਦੋਂ ਪ੍ਰਗਟ ਸਿੰਘ ਸੀ। ਪ੍ਰਗਟ ਸਿੰਘ 17 ਤੇ ਚਲਾ ਗਿਆ ਜਦੋਂ, ਤੇ 17 ਤੋਂ ਲੈ ਕੇ ਹੁਣ ਤੱਕ ਜਿਹੜਾ ਸੀ ਉੱਥੇ ਖੜਾ ਕੌਣ ਸੀਗਾ? ਉੱਥੇ ਸਰਬਜੀਤ ਸਿੰਘ ਮੱਕੜ ਸੀਗਾ, ਉਹ ਖੜਾ ਸੀ। ਹੁਣ ਮੱਕੜ ਦੀ ਵੀ ਨਹੀਂ ਬਾਤ ਪੁੱਛੀ। ਉਹ ਕਹਿੰਦੇ ਜੀ ਅਸੀਂ ਨਵਾਂ ਲੈ ਆਂਦਾ, ਲਾੜਾ ਨਵਾਂ ਸਾਡੇ ਕੋਲ, ਜਾਓ। ਪੁਰਾਣਾ ਜਿਹੜਾ ਸੀਗਾ ਉਹਨੂੰ ਸਰਬਾਲਾ ਬਣਾ ਦਿੱਤਾ। ਯਾਨੀ ਕਿ ਪਹਿਲਾਂ ਹੁੰਦਾ ਸੀ ਸਰਬਾਲਾ ਇਸ ਕਰਕੇ ਬਣਾਇਆ ਜਾਂਦਾ ਸੀ ਕਿ ਅੱਗੇ ਇਹਦੀ ਵਾਰੀ ਲਾੜਾ ਬਣਨ ਦੀ ਆਊਗੀ। ਹੁਣ ਉਲਟ ਚੱਲ ਗਿਆ, ਜਿਹੜਾ ਲਾੜਾ ਉਹਨੂੰ ਅਗਲੀ ਵਾਰ ਸਰਬਾਲਾ ਬਣਾ ਦਿੰਦੇ ਆ। ਠੀਕ ਹੈ, ਕਈ ਵਾਰੀ ਇੱਥੇ ਆਪਣੇ ਪੰਜਾਬ 'ਚ ਵਾਪਰਿਆ। CM ਵਿਚਾਰੀ ਰਜਿੰਦਰ ਕੌਰ ਭੱਟਰ ਰਹੀ ਸੀ, ਦੂਸਰੀ ਵਾਰ ਉਹਨੂੰ ਡਿਪਟੀ CM ਬਣਾ ਦਿੱਤਾ ਸੀ, ਕਹਿੰਦੇ ਡਿਪਟੀ CM ਹੀ ਰਹੂਗੀ। ਨਹੀਂ ਤਾਂ ਕਮਲ ਵੀ ਹੁੰਦੀ ਸੀ, ਬਿਆਨ ਸਿੰਘ ਦੀ ਕੁੜੀ, ਉਹ ਵੀ ਜਦੋਂ ਹਾਸ਼ੀ ਤੇ ਚਲੇ ਜਾਂਦੇ ਬਦਲ ਦਿੰਦੇ ਆ। ਪਹਿਲਾਂ ਵੀ ਇੱਕ ਵਾਰੀ ਜਗਵੀਰ ਨੂੰ ਕਿਹੜੇ ਸੰਨ 'ਚ ਸੀਗਾ, ਉਦੋਂ ਵੀ ਪਹਿਲਾ ਕੈਂਡੀਡੇਟ ਇਹੀ ਲਾਣਿਆ ਗਿਆ ਸੀ ਪੰਜਾਬ ਦੇ ਵਿੱਚੋਂ। ਜੀ ਪੰਜਾਬ 'ਚ 2007 ਦੇ ਵਿੱਚ ਜਦੋਂ ਇਹਨੇ ਪਹਿਲੀ ਚੋਣ ਲੜੀ ਆ, ਉਸ ਵੇਲੇ ਇਹਨੂੰ ਕੈਂਡੀਡੇਟ ਐਲਾਨਿਆ ਗਿਆ। ਇਸ ਤੋਂ ਅਗਲੀ ਗੱਲ, ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਤੁਰਨ ਦੇ ਲਈ ਤਿਆਰ ਨਹੀਂ ਸੀ, ਪ੍ਰਤਾਪ ਸਿੰਘ ਬਾਜਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਸੀ, ਸਭ ਤੋਂ ਪਹਿਲੀ ਰੈਲੀ ਉਹਦੀ ਜਿਹੜੀ ਸੀਗੀ ਉਹ ਕੀਤੀ ਗਈ ਸੀਗੀ ਇਹਦੇ ਵਿੱਚ ਜਲੰਧਰ ਜਿਹੜਾ ਕੈਂਟ ਆ ਉਹਦੇ ਵਿੱਚ। ਪਰ ਜਲੰਧਰ ਕੈਂਟ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਕਰਵਾਉਣ ਵਾਲਾ ਜਿਹੜਾ ਸੀ ਉਹ ਜਗਵੀਰ ਬਰਾੜ ਸੀਗਾ। ਪਰ ਇਹ ਆ ਕਿ ਹੁਣ ਹਾਲਾਤਾਂ ਇਦਾਂ ਦੀਆਂ ਇਸੇ ਤਰ੍ਹਾਂ ਬਦਲਦੀਆਂ ਨੇ ਕਿ ਪਤਾ ਨਹੀਂ ਹੁੰਦਾ ਕਿਹਦੀ ਕਿੱਥੇ ਜਾ ਕੇ ਗੁੱਡੀ ਚੜ੍ਹਨੀ ਆ ਤੇ ਕਿੱਥੇ ਉਤਰਨੀ ਆ, ਕਿਹਨੇ ਖੁੱਡੇ ਲੈਣ ਲਾਉਣਾ
ਤੇ ਕੀਨਾ ਨੇ ਚੜਾਉਣਾ ਕੋਈ ਕਹਿ ਥੋੜੀ ਸਕਦੇ ਆ, ਠੀਕ ਹੈ ਨਾ। ਇਸ ਕਰਕੇ ਇਹ ਨਹੀਂ, ਹੁਣ ਠੀਕ ਆ ਅਕਾਲੀ ਦਲ ਨਾਲ ਉਦੋਂ ਨਹੀਂ ਸੀ ਨਿਭੀ ਤੇ ਅਕਾਲੀ ਦਲ ਨੂੰ ਛੱਡ ਕੇ ਚਲ ਗਿਆ ਸੀਗਾ, ਪਰ ਹੁਣ ਬਾਅਦ ਦੇ ਵਿੱਚ ਕਾਂਗਰਸ ਨਾਲ ਨਹੀਂ ਪ੍ਰਧਾਨ ਤਾਂ ਬਣ ਗਿਆ। ਟਾਸਕ ਇਹਦੇ ਲਈ ਡਬਲ ਹੋ ਗਈ ਹੈ, ਐਡੀ ਸਖਾਲੀ ਨਹੀਂ, ਬਹੁਤ ਟਫ ਟਾਸਕ ਹੈ ਹੁਣ ਉਹਦੇ ਲਈ, ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਕਈ ਪਾਸਿਆਂ ਤੋਂ ਘਿਰਿਆ। ਹੁਣ ਲੋਕਾਂ ਨੇ ਇਹ ਵੀ ਕਹਿਣਾ ਕਿ ਤੂੰ ਉਹ ਕਰ, ਜਿਵੇਂ ਹੁਣ ਇਹ ਕਹਿੰਦਾ ਸੀ ਸਾਡੀ ਸਰਕਾਰ ਬਣਾਓ, ਆਹ ਕਰ ਦੂੰ, ਅਗਲਾ ਕਹਿੰਦਾ ਹੁਣ ਵੀ ਤੁਹਾਡੀ ਸਰਕਾਰ ਹੈ, ਕਿਉਂ ਬਾਰ-ਬਾਰ ਤੁਹਾਡੀ ਸਰਕਾਰ ਬਣਾ ਕੇ, ਪਹਿਲਾਂ ਕੈਪਟਨ ਸਾਹਿਬ ਸਹੁੰ ਚੁੱਕ ਕੇ ਖਾ ਗਿਆ, ਹੁਣ ਤੁਸੀਂ ਕਹਿੰਦੇ ਸਾਡੀ ਬਣਾਓ, ਤੁਸੀਂ ਹੁਣ ਕਰੋ ਜੋ ਕੁਝ ਕਰਨਾ। ਇਹ ਮੇਰੇ ਖਿਆਲ ਜੇ ਇਹੀ ਕੁਛ ਰਿਹਾ, ਹੌਲੀ ਹੌਲੀ ਗ੍ਰਾਫ ਡਿੱਗੇਗਾ ਸਿੱਧੂ ਦਾ। ਦੇਖੋ ਲੋਕ ਮੰਨਣ ਨਾ ਮੰਨਣ, ਪਰ ਆਪਾਂ ਗੱਲ ਇਹ ਆ ਕਿ ਜਿਹਦਾ ਗ੍ਰਾਫ ਚੜੇਗਾ ਜਾਂ ਜਿਹਦਾ ਗਿਰੇਗਾ ਆਪਾਂ ਉਹਦੀ ਗੱਲ ਕਰਾਂਗੇ ਹੀ ਕਰਾਂਗੇ, ਠੀਕ ਹੈ। ਹੁਣ ਅੱਜ ਹਾਲਾਤ ਇਹ ਨਹੀਂ, ਜੇ ਇਸ ਵੇਲੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਨਾਲ ਦੀ ਨਾਲ ਉਤਾਰ ਦਿੰਦੇ, ਗੱਲ ਕੁਝ ਹੋਰ ਹੋਣੀ ਸੀ। ਹੁਣ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ 2022 ਤੱਕ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਦੀ ਕੋਈ ਉਮੀਦ ਜਿਹੜੀ ਉਹ ਬਹੁਤੀ ਦਿਖਾਈ ਨਹੀਂ ਦੇ ਰਹੀ। ਜੇ ਉਹ ਨਹੀਂ ਜਾਂਦਾ ਤਾਂ ਖੁਦਾ ਨਾ ਖਾਸਤਾ ਅਕਾਲੀ ਦਲ ਦੀ ਸਰਕਾਰ ਆ ਗਈ, ਫਿਰ ਨਵਜੋਤ ਸਿੱਧੂ ਦੇ ਲਈ ਬਹੁਤ ਔਖਾ ਹੋ ਜਾਏਗਾ ਉਹਨਾਂ ਨੂੰ ਫੇਸ ਕਰਨਾ, ਖਾਸ ਕਰਕੇ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਲਈ ਉਸ ਵੇਲੇ ਸਪੋਰਟ ਕਿਤੇ ਨਹੀਂ ਹੋਏਗੀ, ਨਾ ਕੇਂਦਰ ਚੋਂ ਆਪਦੀ ਪਾਰਟੀ ਵੱਲੋਂ ਵੱਡੀ ਸਪੋਰਟ ਮਿਲੇਗੀ, ਨਾ ਹੀ ਉਹਨੂੰ ਬੀਜੇਪੀ ਵੱਲੋਂ ਸਪੋਰਟ ਮਿਲੇਗੀ, ਤੇ ਸੂਬੇ ਦੇ ਵਿੱਚ ਜਿਹੜੀ ਸੱਤਾਧਾਰੀ ਧਿਰ ਹੋਏਗੀ ਉਹ ਆਪਾਂ ਨੂੰ ਪਤਾ ਚੰਗਿਆਂ ਨੂੰ ਕਿਸ ਤਰ੍ਹਾਂ ਰੋਲ ਦਿੰਦੇ ਨੇ। ਇੱਥੇ ਉਦੋਂ 22 ਦੀ ਇਲੈਕਸ਼ਨ ਤੋਂ ਬਾਅਦ, ਕਿਉਂਕਿ ਜਿਵੇਂ ਹੁਣ ਅਲਾਇੰਸ ਬਣ ਰਿਹਾ ਤ੍ਰਿਣਮੂਲ ਕਾਂਗਰਸ ਦਾ, ਸੋਨੀਆ ਦੀ 20 ਨੂੰ ਮੀਟਿੰਗ ਹੈ, ਕਿਉਂਕਿ ਇਹਨੂੰ ਸੈਂਟਰ ਪੋਲਿਟਿਕਸ 'ਚ ਜ਼ਿਆਦਾ ਵਰਤਣਾ ਉਹਨਾਂ ਨੇ, ਉਹਦਾ ਨਾ ਖਾਸਾ 24 ਨੂੰ ਗੇਮ ਪਲਟਦੀ ਹੈ ਤਾਂ ਉਹਨੂੰ ਵੱਡੀ ਮਿਨਿਸਟਰੀ ਵੀ ਮਿਲ ਸਕਦੀ ਹੈ, ਜਿਵੇਂ ਅੰਬਿਕਾ ਸੋਨੀ ਜਾਂ ਹੋਰ ਸਟਾਰ ਪ੍ਰਚਾਰਕਾਂ ਨੂੰ ਮਿਲਦੀ ਹੈ। ਤੇ ਇਸ ਕਰਕੇ 24 ਤੱਕ ਠੀਕ ਹੈ, ਪੰਜਾਬ 'ਚ ਹਾਸ਼ੀਏ ਤੇ ਚਲਾਇਆ ਜਾਂਦਾ ਜੇ ਸਰਕਾਰ ਇਹਦੀ ਨਹੀਂ ਬਣੀ, ਪਰ ਇੱਕ ਨੈਸ਼ਨਲ ਪਾਰਟੀ ਦਾ ਕੈਂਡੀਡੇਟ ਹੈ, ਰਾਜ ਸਭਾ ਜਾਂ ਕਿਤੇ ਉਤਾਰ ਹੀ ਦੇਣਗੇ, ਕੋਈ ਐਡੀ ਗੱਲ ਵੀ ਨਹੀਂ ਹੈ। ਪੰਜਾਬ 'ਚ ਜ਼ਰੂਰ ਇਹਦੇ ਲਈ ਟਫ ਕਾਰਜ ਹੋਏਗਾ। ਨਹੀਂ, ਗੱਲ ਤੇ ਯਾਰ ਦੇਖੋ, ਉਹ ਬੀਜੇਪੀ 'ਚ ਰਿਹਾ, ਇੱਕੋ ਗੱਲ ਹੀ ਰਿਹਾ ਕਿ ਮੈਂ ਪੰਜਾਬ 'ਚ ਰਹਿਣਾ, ਕਾਂਗਰਸ 'ਚ ਆਇਆ ਇੱਕੋ ਗੱਲ ਹੀ ਆਇਆ ਕਿ ਮੈਂ ਪੰਜਾਬ 'ਚ ਰਹਿਣਾ। ਜੇ ਪੰਜਾਬ 'ਚ ਰਹਿਣਾ, ਹੁਣ ਵੀ ਜਿਹੜੀ ਉਹਨੇ ਲੜਾਈ ਲੜੀ ਉਹ ਪੰਜਾਬ 'ਚ ਰਹਿਣ ਲਈ ਲੜੀ ਹੈ ਨਾ। ਔਰ ਤੁਸੀਂ ਦੇਖੋ ਖੁੱਡੇ ਲੈਣ ਕਿੱਦਾਂ ਲਾਏ ਜਾਂਦੇ ਨੇ। ਜਿਸ ਵੇਲੇ ਆਪਣਾ ਵੀਰ ਦਵਿੰਦਰ ਸਿੰਘ 1992 ਦੀ ਚੋਣ ਸਰਹੰਦ ਹਲਕੇ ਤੋਂ ਹਾਰ ਗਿਆ ਸੀਗਾ, ਕਾਂਗਰਸ ਦੀ ਵੇਵ ਨਾ ਕਹੋ ਕਿ ਧੱਕੇ ਦੇ ਨਾਲ ਪੂਰਾ ਪੰਜਾਬ 'ਚ ਕਾਂਗਰਸ ਨੂੰ ਜਿਤਾਇਆ ਗਿਆ ਸੀ, ਪਰ ਵੀਰ ਦਵਿੰਦਰ ਸਿੰਘ ਆਪਣੀ ਸੀਟ ਹਾਰੇ ਸੀ। ਉਸੇ ਵੀਰ ਦਵਿੰਦਰ ਸਿੰਘ ਨੂੰ ਬੇਅੰਤ ਸਿੰਘ ਦੇ ਕਾਰਜਕਾਲ ਦੇ ਵਿੱਚ ਫੜ ਕੇ ਜੇਲ੍ਹ 'ਚ ਬੰਦ ਕੀਤਾ ਗਿਆ ਸੀ। ਉਸੇ ਕੈਪਟਨ ਅਮਰਿੰਦਰ ਸਿੰਘ ਨੂੰ ਜਲੀਲ ਵੀ ਬੇਅੰਤ ਸਿੰਘ ਵੱਲੋਂ ਕੀਤਾ ਗਿਆ ਸੀ। ਕਈ ਤਰ੍ਹਾਂ ਦੇ ਦੂਸ਼ਣ ਵੀ ਲੱਗੇ ਸੀ, ਭਾਵੇਂ ਕਿ ਬਾਅਦ 'ਚ ਦੋ ਸਾਰੇ ਜਿਹੜੇ ਆ ਉਹ ਰਫਾ ਦਫਾ ਹੋ ਜਾਂਦੇ ਨੇ। ਇਸ ਕਰਕੇ ਜਿਹੜੀ ਸੱਤਾਧਾਰੀ ਧਿਰ ਆ ਉਹ ਬਹੁਤ ਕੁਝ ਕਰਦੀ ਆ, ਜਿਸ ਨੂੰ ਰੋਲਣ ਤੇ ਆ ਜਾਣਾ ਬਹੁਤ ਕੁਝ ਕਰਦੀ ਆ। ਹੁਣ ਚਰਨਜੀਤ ਬਰਾੜ, ਅੱਜ ਭਾਵੇਂ ਰਾਜਪੁਰੇ ਤੋਂ ਉਹਨਾਂ ਨੇ ਉਹਨੂੰ ਕੈਂਡੀਡੇਟ ਵੀ ਅਨਾਉਂਸ ਕਰ ਦਿੱਤਾ, ਹਲਕਾ ਇੰਚਾਰਜ ਲਾਇਆ, ਹਲਕਾ ਇੰਚਾਰਜ ਦਾ ਮਤਲਬ ਕੈਂਡੀਡੇਟ ਆ। ਪਰ ਤੁਸੀਂ ਇਹ ਵੀ ਤਾਂ ਦੇਖੋ, ਜਿਸ ਵੇਲੇ ਉਹ ਮਨਪ੍ਰੀਤ ਬਾਦਲ ਦੇ ਨਾਲ ਗਿਆ ਸੀ, ਉਹਨੂੰ ਕਿਸ ਤਰ੍ਹਾਂ ਚੱਕ ਕੇ ਜੇਲ੍ਹ 'ਚ ਬੰਦ ਕੀਤਾ ਗਿਆ, ਔਰ ਇੱਕ ਗੱਲ ਤੇ ਜੇਲ੍ਹ ਭੇਜਿਆ ਗਿਆ ਇਹ ਕਰਕੇ ਕਿ ਜੇਲ੍ਹੋਂ ਤੈਨੂੰ ਬਾਹਰ ਵੀ ਕਢਾਵਾਂਗੇ ਪਰ ਅਕਾਲੀ ਦਲ ਜੁਆਇਨ ਕਰੀ। ਉਹਨੇ ਜੇਲ੍ਹ ਤੋਂ ਨਿਕਲਦੇ ਸਾਰ ਅਕਾਲੀ ਦਲ ਜੁਆਇਨ ਕੀਤਾ, ਉਹਦੇ ਕੇਸ ਵੀ ਰਫਾ ਦਫਾ ਕਰਤੇ, ਉਹਨੂੰ ਅਕਾਲੀ ਦਲ ਦਾ ਸਪੋਕਸਮੈਨ ਤੇ ਦਫ਼ਤਰ ਇੰਚਾਰਜ ਵੀ ਬਣਾ ਕੇ ਬਿਠਾਇਆ। ਇੱਥੇ ਇਹ ਹੈ ਕਿ ਧੱਕਾ ਰੱਜ ਕੇ ਹੁੰਦਾ ਪੋਲੀਟਿਕਸ ਦੇ ਵਿੱਚ। ਮੈਂ ਉਸ ਦੀ ਤਾਂ ਉਦਾਹਰਨਾਂ ਦੇ ਰਿਹਾ, ਨਵਜੋਤ ਸਿੰਘ ਸਿੱਧੂ ਖੁਦਾ ਨਾ ਖਾਸਤਾ ਕਾਮਯਾਬ ਨਹੀਂ ਹੁੰਦਾ ਤੇ 2022 ਉਹਦੇ ਲਈ ਬੜਾ ਔਖਾ ਹੋ ਜਾਏਗਾ, ਕਿਉਂਕਿ ਜਿਹੜੇ ਉਹ ਜੀਜੇ ਸਾਲੇ ਦੀ ਗੱਲ ਕਰਦਾ ਉਹਨਾਂ ਨੂੰ ਫੇਸ ਕਰਨਾ ਬੜਾ ਔਖਾ ਹੋ ਜਾਏਗਾ। ਮੈਂ ਕਹਿੰਦਾ ਜਿੰਨੀਆਂ ਮਰਜ਼ੀ ਤੁਸੀਂ ਟਿਕਟਾਂ ਬਦਲਾ ਕੇ ਲਿਆਓ, ਜੋ ਕੁਝ ਮਰਜ਼ੀ, ਕਿਉਂਕਿ ਐਂਟੀ ਇਨਕੰਬੈਂਸੀ ਫੈਕਟਰ ਜਿਹੜਾ ਉਹ ਕਾਂਗਰਸ ਦੇ ਖਿਲਾਫ ਹੋਣਾ। ਠੀਕ ਹੈ, ਸੂਬੇ ਦਾ ਸੀਐਮ ਜਿਹੜਾ ਉਹ ਨਹੀਂ ਚਾਹ ਰਿਹਾ ਕਿ ਮੇਰੇ ਤੋਂ ਬਾਅਦ ਕੋਈ ਹੋਰ ਮੇਰੀ ਪਾਰਟੀ ਦਾ ਸੀਐਮ ਬਣੇ। ਉਹ ਜਿਹੜਾ ਕਹਿੰਦਾ ਸੀ ਮੇਰੀ ਆਖਰੀ ਚੋਣ ਆ, ਉਹ ਕਹਿੰਦਾ ਮੈਂ 2022 'ਚ ਵੀ ਕਮਾਂਡ ਕਰਨੀ। ਉਹ ਵੱਖਰੀ ਗੱਲ, ਕਮਾਂਡ ਕਰਨ ਦੇਣ ਲਈ ਉਹਨੂੰ ਉਹਦੀ ਹਾਈ ਕਮਾਂਡ ਨਹੀਂ ਮੰਨ ਰਹੀ, ਤੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਸਾਹਮਣੇ ਲੈ ਆਂਦਾ। ਹੁਣ ਇਹ ਸਾਰੇ ਸਾਕਾ ਦੇ ਵਿੱਚ ਉਹ ਫਿਰ ਕਿਉਂ ਪਾਰਟੀ ਦੇ ਪੱਲੇ ਕੋਈ ਛੱਡ ਕੇ ਜਾਏਗਾ? ਜੋ ਛੱਡੇਗਾ ਤਾਂ ਉਹ ਪਾਰਟੀ ਨੂੰ ਹਾਸ਼ੀਏ ਤੇ ਲਿਜਾ ਕੇ ਛੱਡੇਗਾ। ਜਿਹੜੇ 18 ਨਕਾਤੀ ਦਾ ਕਰੀਏ ਨੇ, ਨਵਜੋਤ ਸਿੰਘ ਸਿੱਧੂ ਬਾਹਰ ਜਿੰਨਾ ਮਰਜ਼ੀ ਰੌਲਾ ਪਾਵੇ, ਜੋ ਕੁਝ ਮਰਜ਼ੀ ਕਰੇ, ਜੇਕਰ ਕੈਪਟਨ ਅਮਰਿੰਦਰ ਸਿੰਘ ਜਿਹਦੇ ਕੋਲ ਪਾਵਰ ਆ, ਜਿਹਨੇ ਸਭ ਕੁਝ ਕਰਨਾ, ਉਹ ਨਾ ਕਰਕੇ ਗਿਆ ਤਾਂ ਤੁਸੀਂ ਲੋਕਾਂ ਨੂੰ ਕੀ ਜਵਾਬ ਦਿਓਗੇ? ਲੋਕ ਤਾਂ ਕਹਿ ਰਹੇ ਹਾਂਜੀ ਪਹਿਲਾਂ ਜਿਵੇਂ ਨਹੀਂ ਕਰ ਸਕੇ, ਹੁਣ ਜਿਵੇਂ ਇਹਨੂੰ 18 ਨਕਾਤੀ ਦਾ ਜਿਹੜਾ ਇਹਨੂੰ ਟਾਸਕ ਦਿੱਤਾ, ਹੋਮਵਰਕ ਦਿੱਤਾ ਕਿ ਭਾਈ ਕਰਕੇ ਲਿਆ, ਜੇ ਇਹ ਨਹੀਂ ਕਰਦਾ ਤਾਂ ਅੱਜ ਜੇ ਹਾਈ ਕਮਾਂਡ ਰਿਸਕ ਲੈ ਲੈਂਦੀ ਹੈ
ਰਿਪਲੇਸ ਕਰਨ ਦਾ, ਕਿਉਂਕਿ ਕਿੰਨੇ ਕੁ MLA ਲੱਗਦਾ 15 ਜਾਂ 20 ਵੱਧ ਤੋਂ ਵੱਧ ਜ਼ੋਰ ਲਾ ਕੇ, ਉਹ ਵੀ ਜਦੋਂ ਸੁਨੇਹਾ ਆ ਗਿਆ ਸਭ ਦੜ ਵੱਟ ਜਾਣਗੇ, ਸਿਰਫ ਸਲਾਹਕਾਰ ਰਹਿ ਜਾਣਗੇ। ਕੀ ਕੈਪਟਨ ਦੇ ਨਾਲ 15-20 ਜਾਂ ਇਸ ਤੋਂ ਜ਼ਿਆਦਾ ਜਾਂ ਬਹੁਮਤ ਰਹੇਗਾ ਜੇ ਹਾਈ ਕਮਾਂਡ ਰਿਪਲੇਸ ਕਰਦੀ ਹੈ? ਕੀ ਸਥਿਤੀ ਬਣਦੀ ਹੈ? ਦੇਖੋ ਗੱਲ ਇਹ ਆ, ਮੈਨੂੰ ਰਿਪਲੇਸ ਕਰਨ ਦੀ ਬਹੁਤੀ ਹਜੇ ਉਮੀਦ ਨਹੀਂ ਲੱਗ ਰਹੀ। ਜੇ ਰਿਪਲੇਸ ਕਰਨਾ ਹੁੰਦਾ ਤਾਂ ਪਹਿਲਾਂ ਕਰਦੇ। ਜੇ ਤੁਸੀਂ ਅਗਸਤ ਵੀ ਨਿਕਲ ਗਿਆ, ਸਤੰਬਰ ਵੀ ਇਸੇ ਰਾਮ ਰੌਲੇ 'ਚ ਕੱਢ ਦਿੱਤਾ, ਅਕਤੂਬਰ ਤੇ ਨਵੰਬਰ ਆ, ਦਸੰਬਰ ਦੇ ਐਂਡ 'ਚ ਕੋਡ ਆਫ ਕੰਡਕਟ ਲੱਗ ਜਾਣਾ, ਤੁਹਾਡੇ ਕੋਲ ਸਮਾਂ ਕਿਹੜਾ ਬਚੂਗਾ ਦੱਸੋ ਕੰਮ ਕਰਨ ਦੇ ਲਈ? ਇਹ ਤਾਂ ਉਹ ਹਾਲਾਤ ਆ। ਬੱਚੇ ਨੇ ਸਾਰਾ ਸਾਲ ਕਿਸੇ ਕਾਪੀ ਤੇ ਹੋਮਵਰਕ ਕਰਕੇ ਨਹੀਂ ਲੈ ਕੇ ਗਿਆ, ਨਾ ਕਲਾਸ ਵਰਕ ਆ ਨਾ ਹੋਮਵਰਕ ਆ। ਹੁਣ ਮੈਡਮ ਨੇ ਜਿੱਦਣ ਚੈੱਕ ਕਰਨ ਤੇ ਆਈ, ਮੈਡਮ ਨੇ ਫੜ ਲਿਆ ਡੰਡਾ ਸਕੂਲ 'ਚ। ਮੈਡਮ ਕਹਿੰਦੀ ਬਾਪੂ ਨੂੰ ਵੀ ਨਾਲ ਲੈ ਕੇ ਆਈ, ਨਾਲ ਹੋਮਵਰਕ ਵੀ ਸਾਰੇ ਦਾ ਸਾਰਾ ਮੈਨੂੰ ਕੰਪਲੀਟ ਚਾਹੀਦਾ, ਨਾਲੇ ਟੈਸਟ ਦੀ ਤਿਆਰੀ ਕਰਕੇ ਆਈ। ਹੁਣ ਜਵਾਕ ਤਾਂ ਬਾਪੂ ਨੂੰ ਕਿੱਥੋਂ ਲਿਜਾਊਗਾ? ਤੇ ਜਵਾਕ ਹੋਮਵਰਕ ਕੰਪਲੀਟ ਕਰੂਗਾ ਕਿ ਜਾਂ ਲਰਨ ਕਰਕੇ ਜਾਊਗਾ ਜਿਹੜਾ ਟੈਸਟ ਦੇਣਾ? ਹੁਣ ਗੱਲ ਤੇ ਇਹ ਆ ਕਿ ਇਸ ਵਕਤ ਜਿਹੜਾ ਕੋਈ 4.5 ਸਾਲਾਂ 'ਚ ਨਹੀਂ ਕੀਤਾ, ਕਿੱਥੋਂ ਕੰਪਲੀਟ ਕਰ ਲੈਂਦੇ ਹੋ? ਹੁਣ ਕੁਝ ਵੀ ਕੰਪਲੀਟ ਨਹੀਂ ਹੋਣਾ। ਕਰਨਾ ਸੀ ਸ਼ੁਰੂ ਤੋਂ ਚੱਲਣਾ ਪੈਣਾ ਸੀ। ਜਿੰਨਾ ਸਾਰੇ ਮਸਲੇ ਨੂੰ ਉਲਝਾ ਦਿੱਤਾ ਗਿਆ, ਡਰੱਗਸ ਵਾਲਾ ਸੀਗਾ। ਹੁਣ 27 ਨੂੰ ਉਹ ਰਿਪੋਰਟ ਖੁੱਲਣੀ ਆ ਹਾਈ ਕੋਰਟ ਦੇ ਵਿੱਚ, 27 ਅਗਸਤ ਨੂੰ ਖੁੱਲਣੀ। ਜੇ ਫੇਰ ਵੀ ਉੱਤੇ ਕਾਰਵਾਈ ਹੋ ਜਾਏ ਤਾਂ ਬਹੁਤ ਕੁਛ ਆ ਉਹਦੇ ਵਿੱਚ। ਜਿਹਨਾਂ ਤਿਆਰ ਕੀਤੀ ਉਹ ਦੱਸਦੇ ਆ ਕਿ ਉਹਦੇ ਵਿੱਚ ਕੀ ਕੁਝ ਪਿਆ, ਪਰ ਕਾਰਵਾਈ ਨਹੀਂ ਹੋਣੀ ਨਾ। ਹੁਣ ਜੇ ਕਾਰਵਾਈ ਹੁੰਦੀ ਹੈ ਤਾਂ ਕੁਝ ਹੱਲ ਨਿਕਲਦਾ। ਤੁਸੀਂ ਬੇਅਦਬੀ ਵਾਲੇ ਮੁੱਦੇ ਆ, ਤੁਸੀਂ ਇੱਕੋ ਹੀ ਕੈਪਟਨ ਅਮਰਿੰਦਰ ਸਿੰਘ ਦੀ ਬੇਅਦਬੀ ਦੀ ਪੈੜ ਜਿਹੜੀ ਆ ਬਾਦਲਾਂ ਦੇ ਘਰ ਵੱਲ ਨੂੰ ਜਾਂਦੀ ਆ। ਉਹ ਭਾਈ ਖੋਜੀ ਲੈ ਆਉਂਦਾ ਕਹਾਂ, ਤੁਹਾਡੇ ਰਾਜਕਾਲ 'ਚ ਤਾਂ ਖੋਜੀ ਹੁੰਦੇ ਸੀ। ਉਹ ਵੱਖਰੀ ਗੱਲ, ਕਿਸੇ ਤੋਂ ਮੁਰਗਾ ਕਿਸੇ ਤੋਂ ਬੋਤਲ ਲੈ ਕੇ ਖੋਜ ਦੂਸਰੇ ਦੇ ਘਰ ਵੱਲ ਨੂੰ ਲੈ ਜਾਂਦੇ ਸੀਗੇ, ਪਰ ਖੋਜੀ ਤਾਂ ਹੁੰਦੇ ਸੀ। ਤੇ ਪੁਰਾਣਾ ਖੋਜੀ ਕੋਈ ਨਾ ਕੋਈ ਲੱਭ ਲਵੇ। ਹੁਣ ਗੱਲ ਤੇ ਹੈ ਕਿ ਜਦੋਂ ਕੰਮ ਕੋਈ ਕਰਨਾ ਹੀ ਨਹੀਂ ਹੈ, ਇਸ ਤਰ੍ਹਾਂ ਲਿਪਾ ਪੋਚੀ ਨਾਲ ਬਹੁਤੀ ਦੇਰ ਕੰਮ ਨਹੀਂ ਚੱਲਣਾ। ਜੇ ਧਾਰੇ ਦੀਆਂ ਥੰਮੀਆਂ ਹਿੱਲ ਚੁੱਕੀਆਂ ਹੋਣ, ਉਹਦੇ ਤੇ 5 ਜਾਂ 6 ਮੰਜ਼ਲੀ ਬਿਲਡਿੰਗ ਸਾਰਨ ਦੀ ਕਵੈਤ ਜੇ ਕਰੋਗੇ ਤਾਂ ਸਾਰੇ ਸਾਬਕਾ ਦਾ ਪੱਠਾ ਬਿਠਾ ਦੂਗੀ, ਉਹ ਚੋਂ ਕੁਛ ਨਹੀਂ ਨਿਕਲਣਾ। ਹੁਣ ਜਦੋਂ ਕਰਨਾ ਉਦੋਂ ਕੀਤਾ ਹੀ ਕੱਖ ਨਹੀਂ। ਹੁਣ ਜੋ ਕੁਝ ਮਰਜ਼ੀ ਕਰਨ। ਤੁਸੀਂ ਇੱਕ ਚੀਜ਼ ਦੇਖੋ, ਜੇ ਇਸ ਤਰ੍ਹਾਂ ਇੱਕ ਇੱਕ ਕਰਕੇ ਰੋਜ਼ ਤੁਹਾਡਾ 1-1, 2-2 ਭੱਜਦੇ ਗਏ, ਹਫ਼ਤੇ 'ਚ ਵੀ 1-2 ਲੀਟਰ ਭੱਜ ਗਏ ਤਾਂ ਬਹੁਤ ਕੁਛ ਆ। ਇਹੀ ਹਾਰ ਦੀ ਨਿਸ਼ਾਨੀ ਹੁੰਦੀ। ਇਹੀ ਕੁਛ ਲੋਕਾਂ ਨੇ ਦੇਖ ਕੇ ਆਪਣਾ ਜਿਹੜਾ ਮਾਈਂਡ ਚੇਂਜ ਕਰਨਾ ਕਿ ਸਾਨੂੰ ਅੱਗੇ ਦਿਸ਼ਾ ਕਿਹੜੀ ਦਿਖ ਰਹੀ ਆ। ਇਸੇ ਨਾਲ ਲੋਕ ਟੁੱਟਣੇ ਸ਼ੁਰੂ ਹੋ ਜਾਣੇ ਨੇ ਇੱਕ ਇੱਕ ਕਰਕੇ। ਜਦੋਂ ਲੀਡਰ ਜਾਏਗਾ ਤਾਂ ਮਗਰ ਲੋਕਾਂ ਦਾ ਟੁੱਟਣਾ ਸੁਭਾਵਿਕ ਆ। ਇਸ ਕਰਕੇ ਬੜੀ ਔਖੀ ਆ। ਨਵਜੋਤ ਸਿੰਘ ਸਿੱਧੂ ਭਾਵੇਂ ਬਿਸਤਰਾ ਲਾਵੇ ਤੇ ਭਾਵੇਂ ਉਹਦੇ ਤੇ ਵੱਟ ਪੈਣ ਨਾ ਪੈਣ, ਪਰ ਮੈਨੂੰ ਕਾਂਗਰਸ ਪਾਰਟੀ ਜਿਹੜੀ ਆ ਉਹਨੂੰ ਵੱਟ ਪੈਂਦੇ ਦਿਖਾਈ ਦੇ ਰਹੇ ਆ। ਜਿਹੜੇ ਉਹਨੂੰ ਵੱਟ ਪੈ ਗਏ ਨਾ ਉਹ ਨਿਕਲਣੇ ਨਹੀਂ। ਇੱਕ ਵੱਟ ਦੂਜੇ ਵੀ ਹੁੰਦੇ ਜਿਹੜੇ ਢਿੱਡ 'ਚ ਪੈਂਦੇ, ਉਹ ਵੀ ਬੜੇ ਤੰਗ ਕਰਦੇ ਹੁੰਦੇ ਆ। ਠੀਕ ਹੈ ਨਾ? ਹਾਂ, ਇਹਨਾਂ ਨੂੰ ਕਿਤੇ ਉਹ ਵੱਟ ਵੀ ਪੈ ਗਏ ਨਾ ਤੇ ਫਿਰ ਬਹੁਤ ਤੰਗ ਹੋਣਾ। ਇਸ ਕਰਕੇ ਏਡਾ ਸੌਖਾ ਨਹੀਂ ਹੈ ਜਿਹੜਾ ਸੌਖਾ ਸਮਝ ਕੇ ਬੈਠੇ ਸੀ। ਹਾਂ, ਉਹ ਕੋਸ਼ਿਸ਼ ਕਰ ਰਿਹਾ, ਪਰ ਕੋਸ਼ਿਸ਼ ਉਹਦੀ ਸਫਲ ਹੁੰਦੀ ਆ ਕਿ ਨਹੀਂ ਹੁੰਦੀ ਉਹ ਬਾਅਦ ਦੀ ਗੱਲ ਆ। ਸੋ ਪੰਜਾਬ ਦੀ ਜੰਗ ਦੇ ਨਾਲ ਨਾਲ ਥੋੜੀ ਤਾਲਿਬਾਨ ਦੀ ਅਪਡੇਟ ਦੇ ਦਈਏ। ਲੋਕ ਕਾਫੀ ਜਾਣਨਾ ਚਾਹੁੰਦੇ ਨੇ। ਕਾਬਲ ਹਵਾਈ ਅੱਡੇ ਤੇ ਅਫਰਾ ਤਫਰੀ ਦਾ ਮਾਹੌਲ ਹੈ। ਅਫਗਾਨਿਸਤਾਨ ਚੋਂ ਬਾਹਰ ਨਿਕਲਣ ਲਈ ਲੋਕ ਕਾਹਲੇ ਪੈ ਰਹੇ ਨੇ ਤੇ ਜਿਸ ਦੌਰਾਨ ਇਸ ਕਾਹਲ ਦੇ ਵਿੱਚ ਧੱਕਾ ਮੁੱਕੀ ਹੋਈ ਹੈ ਤੇ ਇਸ ਧੱਕਾ ਮੁੱਕੀ ਦੇ ਕਾਰਨ 5 ਮੌਤਾਂ ਹੋਈਆਂ ਨੇ। ਹਰ ਕੋਈ ਮਤਲਬ ਜਿਵੇਂ ਦੇ ਸਥਿਤੀ ਬਣ ਰਹੀ ਹੈ, ਲਟਕ ਕੇ ਜਹਾਜ਼ਾਂ ਨਾਲ ਜਾਣ ਨੂੰ ਤਿਆਰ ਹੈ। ਜੋ ਸਥਿਤੀ ਉੱਥੇ ਬਣ ਰਹੀ ਹੈ ਕਾਬਲ ਹਵਾਈ ਅੱਡੇ ਤੇ, ਲੋਕ ਜਾਣ ਵਾਲੇ ਜ਼ਿਆਦਾ ਨੇ, ਫਲਾਈਟਾਂ ਘੱਟ ਨੇ। ਇਸ ਦੌਰਾਨ ਚਸ਼ਮਦੀਦ ਨੇ ਐਲਾਨ ਕੀਤਾ ਕਿ ਉਸਨੇ 5 ਲਾਸ਼ਾਂ ਦੇਖੀਆਂ ਨੇ। ਮੌਤ ਗੋਲੀ ਲੱਗਣ ਕਾਰਨ ਜਾਂ ਭਗਦੜ ਕਾਰਨ ਹੋਈ ਹੈ। ਇਸੇ ਦੌਰਾਨ ਦਾਅਵਾ ਕੀਤਾ ਜਾ ਰਿਹਾ ਕਿ ਤਾਲਿਬਾਨ ਵੱਲੋਂ ਅਫਗਾਨਿਸਤਾਨ ਨੂੰ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ ਐਲਾਨਿਆ ਗਿਆ। ਪਰ ਜਿਸ ਤਰ੍ਹਾਂ ਦੀ ਸੁਰਿੰਦਰਵੀਰ ਸਥਿਤੀ ਬਣਦੀ ਹੈ, ਤੁਸੀਂ ਵੇਖੋ ਕਿ ਕਿਸ ਤਰ੍ਹਾਂ ਮਤਲਬ ਰਾਸ਼ਟਰਪਤੀ ਭਵਨ ਦੇ ਵਿੱਚ ਤਾਲਿਬਾਨ ਬੈਠੇ ਨੇ। ਕੋਈ ਚੌਂਕੜ ਮਾਰੀ ਬੈਠਾ, ਕੋਈ ਪੈਰਾਂ ਭਾਰ ਸੋਫੇ ਤੇ ਬੈਠਾ, ਕੋਈ ਬ੍ਰੈਡ ਖਾਈ ਜਾਂਦਾ, ਕੋਈ ਖਜੂਰਾਂ ਖਾਈ ਜਾਂਦਾ। AK-47 ਲੈ ਕੇ ਜਾਂ ਸਾਲ ਲੈ ਕੇ ਕੰਸਾਸ ਲੈ ਕੇ ਤੁਰੇ ਫਿਰਦੇ ਨੇ। ਸੋ ਕੀ ਸਥਿਤੀ ਬਣ ਰਹੀ ਹੈ? ਬਾਕੀ ਕਾਬਲ ਹਵਾਈ ਅੱਡੇ ਤੇ ਜਿਹੜੀ ਸਥਿਤੀ ਹੈ ਉਹ ਤਾਂ ਮਤਲਬ ਇੰਨੇ ਓਵਰਲੋਡ ਤਾਂ ਜਦੋਂ ਹਜੂਰ ਸਾਹਿਬ ਨੂੰ ਟ੍ਰੇਨਾਂ ਚਲਾਈਆਂ ਸੀ ਬਾਦਲ ਸਾਹਿਬ ਨੇ ਧਾਰਮਿਕ ਸਥਾਨਾਂ ਦੀ ਯਾਤਰਾ, ਉਹ ਜਿਹੜੇ ਹਾਲਾਤ ਸੀ ਕਿ ਜਿਹੜੀ ਜਹਾਜ਼ ਨੂੰ ਪੌੜੀ ਲੱਗਦੀ ਆ, ਉਹ ਪੌੜੀ ਦੇ ਹੇਠੋਂ ਦੀ ਲਮਕ ਕੇ ਵੀ ਲੋਕ ਅਫਗਾਨਿਸਤਾਨ ਚੋਂ ਭੱਜਣ ਨੂੰ ਤਿਆਰ ਨੇ। ਇਸ ਤਰ੍ਹਾਂ ਦੀ ਸਥਿਤੀ ਬਣੀ ਪਈ ਹੈ ਤੇ ਏਅਰ ਇੰਡੀਆ ਵੱਲੋਂ ਦਿੱਲੀ ਤੋਂ ਕਾਬਲ ਨੂੰ ਜਾਂਦੀ ਜਿਹੜੀ ਉਡਾਨ ਹੈ ਉਹ ਵੀ ਰੱਦ ਕਰ ਦਿੱਤੀ ਗਈ ਹੈ ਤੇ ਜਿਸ ਕਾਰਨ ਅਮਰੀਕਾ ਤੋਂ ਵਾਇਆ ਸ਼ਾਰਜਾਹ UAE ਭਾਰਤ ਹੋ ਕੇ ਆਉਣ ਵਾਲੀਆਂ ਜਿਹੜੀਆਂ ਆਪਣੀਆਂ 2 ਉਡਾਨਾਂ ਨੇ
ਉਹਨਾਂ ਨੂੰ ਜਿਹੜਾ ਅਫਗਾਨਿਸਤਾਨ ਦਾ ਹਵਾਈ ਲੰਘਾ ਨਾ ਵਰਤਣ ਦੀ ਸਲਾਹ ਦਿੰਦਿਆਂ ਹੋਰ ਰਸਤਿਓਂ ਲਿਆਉਣ ਲਈ ਆਖਿਆ। ਕਾਬਲੇ ਗੌਰ ਹੈ ਕਿ ਦਿੱਲੀ ਤੋਂ ਅਫਗਾਨਿਸਤਾਨ ਲਈ ਇੱਕੋ ਇੱਕ ਸਿੱਧੀ ਉਡਾਨ ਸੀ ਜੋ 에ਅਰ ਇੰਡੀਆ ਵੱਲੋਂ ਚਲਾਈ ਜਾਂਦੀ ਸੀ, ਉਸ ਨੂੰ ਰੱਦ ਕਰ ਦਿੱਤਾ ਤੇ ਜਿਹੜੀਆਂ ਅਮਰੀਕਾ ਤੋਂ ਵਾਇਆ ਸ਼ਾਰਜਾਹ UAE ਭਾਰਤ ਆਉਂਦੀਆਂ ਉਡਾਨਾਂ ਨੇ, ਉਹਨਾਂ 2 ਉਡਾਨਾਂ ਨੂੰ ਵੀ ਵਾਇਆ ਅਫਗਾਨਿਸਤਾਨ ਦਾ ਹਵਾਈ ਲਾਂਘਾ ਨਾ ਵਰਤਣ ਦੀ ਸਲਾਹ ਦਿੱਤੀ ਹੈ ਕਿ ਉਹਦੇ ਤੇ ਵੀ ਕੋਈ ਇਸ ਤਰ੍ਹਾਂ ਦੀ ਅਫਰਾ ਤਫਰੀ ਨਾ ਆਵੇ। ਪਰ ਇਸ ਦੌਰਾਨ ਥੋੜ੍ਹੀਆਂ ਹੋਰ ਕੋਈ ਦਹਿਸ਼ਤ ਵਾਲੀਆਂ ਖਬਰਾਂ ਤਾਂ ਨਹੀਂ ਆ ਰਹੀਆਂ ਤੇ ਅਫਗਾਨਿਸਤਾਨ ਦੇ ਵਿੱਚ ਜਿਸ ਤਰ੍ਹਾਂ ਕਾਬਲ ਦੇ ਰਾਸ਼ਟਰਪਤੀ ਦੇ ਪੈਲਸ ਦੇ ਵਿੱਚ ਤਾਲਿਬਾਨੀ ਲੜਾਕਿਆਂ ਦਾ ਕਬਜ਼ਾ ਹੋ ਗਿਆ, ਉੱਥੋਂ ਫੁਟੇਜ ਆ ਰਹੀ ਹੈ ਤੇ ਤਾਲਿਬਾਨ ਵੱਲੋਂ ਜੰਗ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ, ਤਾਂ ਜੋ ਉਹਨਾਂ ਨੇ ਆਖਿਆ ਕਿ ਇਸ ਦੇ ਨਾਲ ਜਿਹੜੇ ਨੇ ਕਾਬਲ ਵਿੱਚ ਦਾਖਲ ਹੋਣ ਮਗਰੋਂ ਅਫਗਾਨ ਜਿਹੜੇ ਨੇ ਸਦਰ ਅਸ਼ਰਫ ਗਨੀ ਮੁਲਕ ਛੱਡ ਕੇ ਭੱਜ ਗਏ ਨੇ। ਗਨੀ ਨੇ ਆਖਿਆ ਕਿ ਮੁਲਕ ਛੱਡ ਕੇ ਜਾ ਰਹੇ ਨੇ ਤਾਂ ਕਿ ਸ਼ਹਿਰ 'ਚ ਖੂਨ ਖਰਾਬਾ ਨਾ ਹੋਵੇ। ਸੋ ਇਸ ਦੌਰਾਨ ਇਹਨਾਂ ਤਾਲਿਬਾਨਾਂ ਵੱਲੋਂ ਰਾਸ਼ਟਰਪਤੀ ਭਵਨ ਦਾ ਕੰਟਰੋਲ ਹੱਥ 'ਚ ਲੈਣ ਮਗਰੋਂ ਇਸ ਅਫਗਾਨਿਸਤਾਨ ਦੇ ਵਿੱਚ ਜੰਗ ਖਤਮ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ। ਅਲ ਜਜ਼ੀਰਾ ਤੇ ਜਾਂ ਹੋਰ ਇਸ ਮੁਤਲਕ ਕੋਈ ਅਪਡੇਟ ਆ ਰਹੀ ਹੈ? ਜੀ ਸੁਰਿੰਦਰ ਵੀਰ। ਦੇਖੋ, ਇੱਕ ਗੱਲ ਤਾਂ ਦੇਖਣੀ ਪਏਗੀ ਕਿ ਸ਼ਾਇਦ ਤਾਲਿਬਾਨ ਨੇ ਬਹੁਤ ਲੰਬਾ ਸਮਾਂ ਯਾਨੀ ਕਿ 20 ਸਾਲ ਦੇ ਧੱਕੇ ਖਾ ਕੇ ਇੱਕ ਗੱਲ ਤਾਂ ਸਿੱਖ ਲਈ, ਉਹ ਕਤਲੋ-ਗਾਰਦ ਤੋਂ ਆਪਣੇ ਆਪ ਨੂੰ ਬਾਹਰ ਕੱਢਣ ਦੀ ਜਿਹੜੀ ਉਹ ਕਵਾਇਤ 'ਚ ਜੁਟੇ ਹੋਏ ਆ ਇਸ ਵਕਤ। ਠੀਕ ਹੈ, ਉਹਨਾਂ ਨੇ ਕੋਈ ਕਤਲੋ-ਗਾਰਦ ਬਹੁਤਾ ਨਹੀਂ ਕੀਤੀ, ਕਿਤੇ ਧੱਕਾ ਮੁੱਕੀ ਬਹੁਤੀ ਨਹੀਂ ਕੀਤੀ, ਬੜੇ ਪੀਸਫੁਲੀ ਉਹਨਾਂ ਨੇ ਪੂਰਾ ਜਿਹੜਾ ਕੰਟਰੀ ਸੀਗਾ ਉਹਨੂੰ ਕੈਪਚਰ ਕਰਨ 'ਚ ਉਹ ਕਾਮਯਾਬ ਹੋ ਗਏ। ਤਕਰੀਬਨ ਮੇਰਾ ਖਿਆਲ 3 ਜਾਂ 4 ਸਟੇਟਾਂ ਰਹਿ ਗਈਆਂ, ਜੋ ਰਾਜਧਾਨੀ ਤੇ ਕਬਜ਼ਾ ਹੋ ਗਿਆ ਤੇ ਸਮਝੋ ਉਹ ਸਟੇਟਾਂ ਵੀ ਉਹਨਾਂ ਨੇ ਜਿਹੜੀਆਂ ਉਹ ਕੈਪਚਰ ਕਰ ਲੈਣੀਆਂ। ਠੀਕ ਹੈ, ਹੁਣ ਵੱਡੀ ਗੱਲ ਤਾਂ ਇਹ ਆ ਕਿ ਕੀ ਤਾਲਿਬਾਨ ਜਿਹੜਾ ਉਹਦਾ ਸਨ 2000 ਤੱਕ ਦਾ ਰਿਕਾਰਡ ਸੀ ਉਹ ਉਸੇ ਹਿਸਾਬ ਨਾਲ ਚੱਲੇਗਾ ਜਾਂ ਆਪਣੇ ਆਪ ਨੂੰ ਚੇਂਜ ਕਰੇਗਾ? ਜੇ ਚੇਂਜ ਕਰੇਗਾ ਤਾਂ ਬਹੁਤ ਵਧੀਆ ਰਹੇਗਾ। ਠੀਕ ਹੈ, ਕਿਉਂਕਿ ਹਥਿਆਰ ਚੱਕ ਕੇ ਮਾਰ ਧਾੜ ਕਰਨੀ, ਲਾਲਾ ਕਰਨੀ, ਇਹ ਕੋਈ ਵੀ ਕਿਸੇ ਮਸਲੇ ਦਾ ਜਿਹੜਾ ਉਹ ਹੱਲ ਨਹੀਂ ਗਾ। ਲੜਾਈ ਲੜਨੀ ਉਹ ਵੱਖਰੀ ਗੱਲ ਆ। ਔਰ ਰਹਿ ਗਈ ਗੱਲ ਇਸ ਤੋਂ ਅੱਗੇ, ਦੇਖੋ ਜਿਹੜਾ ਰਾਸ਼ਟਰਪਤੀ ਸੀ ਉਹ ਗਿਆ ਤਜਾਕਿਸਤਾਨ ਨੇ ਉਹਨੂੰ ਜਗ੍ਹਾ ਨਹੀਂ ਦਿੱਤੀ ਹੈ, ਅਜੇ ਤੱਕ ਕਨਫਰਮ ਨਹੀਂ ਹੋਇਆ, ਪਰ ਇਹ ਲੱਗ ਰਿਹਾ ਕਿ ਉਹ ਕਿਸੇ ਹੋਰ ਕੰਟਰੀ ਜਿਹੜਾ ਉੱਥੇ ਪਹੁੰਚ ਚੁੱਕਿਆ, ਉੱਥੋਂ ਉਹ USA ਜਾਣ ਦੀ ਜਿਹੜੀ ਉਹ ਤਿਆਰੀ 'ਚ ਬੈਠਾ। ਲੇਕਿਨ ਜਿਹੜਾ ਉਹਦਾ ਆਮਲਾ ਫੈਲਾ ਸੀ ਉਹਦੇ ਨਾਲ ਭਰਿਆ ਇੱਕ ਜਹਾਜ਼ ਜਿਹੜਾ ਸੀਗਾ ਉਹ ਦਿੱਲੀ ਆ ਗਿਆ, ਉਹ ਦਿੱਲੀ 'ਚ ਪਹੁੰਚ ਚੁੱਕੇ ਆ ਕੱਲ। ਜਿਹੜੀ ਰਾਤ 12:30 ਵਜੇ ਇੱਕ ਫਲਾਈਟ ਜਾਣੀ ਸੀ ਉੱਥੇ, ਉਹ ਜਿਹੜੀ ਸੀਗੀ ਉਹ ਨਹੀਂ ਪਹੁੰਚ ਚੁੱਕੀ ਸਕੀ ਕਿਉਂਕਿ ਉੱਥੇ ਅਫਰਾ ਤਫਰੀ ਦਾ ਮਾਹੌਲ ਸੀਗਾ। ਜਿਹੜੀ ਪਹਿਲੀ ਆਈ ਵੀ ਆ ਉਹ ਵੀ 2.5 ਘੰਟੇ ਜਿਹੜੀ ਸੀ ਉੱਥੇ ਲੈਂਡ ਨਹੀਂ ਕਰ ਸਕੀ ਕਿਉਂਕਿ ਅਫਰਾ ਤਫਰੀ ਇੰਨੀ ਸੀ ਕਿ ਜਿੱਥੇ 에ਅਰਲਾਈਨਸ ਨੇ ਲੈਂਡ ਕਰਨਾ ਉੱਥੇ ਸਮੱਸਿਆ, ਉੱਥੇ ਵੀ ਲੋਕਾਂ ਨਾਲ ਭਰੀ ਪਈ ਆ, ਸਾਰੀ ਦੀ ਸਾਰੀ ਰਨਵੇ ਭਰਿਆ ਪਿਆ ਲੋਕਾਂ ਦੇ ਨਾਲ। ਇੰਨੀ ਅਫਰਾ ਤਫਰੀ ਦਾ ਜਿਹੜਾ ਮਾਹੌਲ ਬਣਿਆ ਪਿਆ। ਹੁਣ ਇਸ ਤੋਂ ਅੱਗੇ ਇੱਕ ਵੀਡੀਓ ਆਈ ਆ ਜਿਹਦੇ ਵਿੱਚ ਤਾਂ ਦੇਖਿਆ ਕਿ ਤੁਸੀਂ ਜਿਹੜੀ ਪੌੜੀ ਆ, ਪੌੜੀ ਦੇ ਹੇਠ ਦੀ ਵੜ ਕੇ ਵਿੱਚ ਵੜ ਰਹੇ ਨੇ। ਇੱਕ ਉਹ ਵਾ ਕਿ ਜਿਹਦੇ 'ਚ ਉੱਪਰ ਜਿਹੜੇ ਉਹਦਾ ਉੱਪਰਲਾ ਬੰਨਾ ਉਹ ਸਾਰਾ ਭਰਿਆ ਪਿਆ, ਯਾਨੀ ਕਿ ਜਿੱਦਾਂ ਟ੍ਰੇਨ ਦੇ ਉੱਪਰ ਬੈਠ ਕੇ ਬਿਹਾਰ ਤੇ ਯੂਪੀ ਨੂੰ ਜਾਂਦੇ ਉਹ ਹਾਲਾਤ ਬਣੀ ਪਈ ਆ। ਠੀਕ ਹੈ, ਇੱਕ ਹੋਰ ਆਈ ਕਿ ਜਿਹੜੇ ਉਹਦੇ ਪਹੀਆਂ ਨੂੰ ਫੜ ਕੇ ਜਦੋਂ ਜਹਾਜ਼ ਉੜਦਾ ਉਹਦੇ ਪਹੀਏ ਨੂੰ ਫੜੀ ਬੈਠੇ ਆ। ਇੱਕ ਜਹਾਜ਼ ਤੁਰ ਰਿਹਾ ਰਨਵੇ ਤੇ ਉਹਦੇ ਮੋਰੇ ਭੱਜ ਰਹੇ ਨੇ ਵੀ ਅਸੀਂ ਚੜ ਜਾਈਏ ਕਿਸੇ ਤਰੀਕੇ ਨਾਲ ਇਹਦੇ ਤੇ। ਇੱਕ ਹੋਰ ਆਈ ਜਿਹਦੇ ਤੇ 3 ਵਿਅਕਤੀ ਉੱਤੋਂ ਗਿਰ ਰਹੇ ਨੇ। ਹੁਣ ਇਹ ਕਲੀਅਰ ਨਹੀਂ ਹੋਇਆ ਉਹ ਉੱਪਰ ਬੈਠੇ ਸੀ ਕਿਤੇ ਸਾਈਡ ਤੇ ਫਸੇ ਸੀ, ਜਿਹੜੇ ਗਿਰੇ ਲੋਕਾਂ ਦੇ ਘਰਾਂ ਤੇ ਗਿਰੇ ਨੇ ਉਹ 3 ਵਿਅਕਤੀ ਜਿਹੜੇ ਨੇ, ਕਿ ਜਾਂ ਉਹ ਕੋਈ ਉਹਦਾ ਜਿਹੜੀ ਖਿੜਕੀ ਆ ਉਹ ਖੁੱਲੀ ਆ, ਦਰਵਾਜ਼ਾ ਉਹਦੇ ਥਾਣੀ ਦੀ ਗਿਰੇ, ਕਿੱਥੋਂ ਗਿਰੇ ਅਜੇ ਤੱਕ ਇਹ ਕਲੀਅਰ ਨਹੀਂ ਹੈ। ਪਰ ਕੁੱਲ ਮਿਲਾ ਕੇ ਜਿਹੜਾ ਕਾਬਲ ਦਾ ਜਿਹੜਾ 에ਅਰਪੋਰਟ ਆ ਉੱਥੇ ਹਾਲਾਤ ਜਿਹੜੇ ਉਹ ਸੁਖਾਵੇਂ ਨਹੀਂ ਹੈ। ਜਿਹੜੀ ਅੱਜ ਦੁਪਹਿਰੇ 12:30 ਵਜੇ ਇੱਕ ਦਿੱਲੀ ਤੋਂ ਫਲਾਈਟ ਜਾਣੀ ਸੀ, ਦੋ ਇਹਨਾਂ ਨੇ ਤਿਆਰ ਕੀਤੀਆਂ ਹੋਈਆਂ ਸੀ ਕਿ ਜਿਹੜੇ ਬਾਕੀ ਭਾਰਤੀ ਰਹਿ ਗਏ ਉਹਨਾਂ ਨੂੰ ਲੈ ਕੇ ਆਈਏ, ਉਹ ਵੀ ਉੱਥੇ ਉਹਨਾਂ ਨੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਹੁਣ ਇਹਨਾਂ ਲਈ ਸਮੱਸਿਆ ਖੜੀ ਹੋ ਗਈ। ਉਧਰ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਜੀ ਜਿਹੜੇ 200 ਸਿੱਖ ਨੇ ਉਹਨਾਂ ਨੂੰ ਲਿਆਓ, ਪਰ ਉਹ ਕਾਬਲ ਦਾ ਜਿਹੜਾ ਗੁਰਦੁਆਰਾ ਸਾਹਿਬ ਸੀ ਉਹ 200 ਸਿੱਖ ਜਿਹੜੇ ਉੱਥੇ ਪਹੁੰਚ ਗਏ, ਪਰ ਤਾਲਿਬਾਨ ਨੇ ਉਹਨਾਂ ਨੂੰ ਜਿਹੜੀ ਸੁਰੱਖਿਆ ਮੁਹੱਈਆ ਕਰਵਾਤੀ। ਉਹਨਾਂ ਨੇ ਕਿਹਾ ਕਿ ਇਹਨਾਂ ਦੀ ਜਾਨ ਮਾਲ ਦੀ ਜਿਹੜੀ ਆ ਉਹ ਜ਼ਿੰਮੇਵਾਰੀ ਜਿਹੜੀ ਆ ਹਿਫਾਜ਼ਤ ਕਰਨੀ ਆ ਜਿਹੜੀ ਆ ਉਹ ਸਾਡੀ ਆ, ਵੀ ਅਸੀਂ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਏਗਾ। ਯਾਨੀ ਕਿ ਚਲੋ ਚੰਗੀ ਗੱਲ ਆ ਕਿ ਉਹਨਾਂ ਨੇ ਇਸ ਗੱਲ ਦੀ ਜ਼ਿੰਮੇਵਾਰੀ ਲੈ ਲਈ ਹੈ। ਯਾਨੀ ਕਿ ਮੈਂ ਇਹਦੇ ਸਾਰੇ ਤੋਂ ਘਟਨਾਕ੍ਰਮ ਤੋਂ ਦੇਖ ਰਿਹਾ ਕਿ ਕਿਤੇ ਨਾ ਕਿਤੇ ਤਾਲਿਬਾਨ ਜਿਹੜਾ ਪਹਿਲਾਂ ਵਾਲਾ ਤਾਲਿਬਾਨ ਸੀ ਉਹ ਨਹੀਂ ਹੈ। ਸ਼ਾਇਦ ਧੱਕੇ ਖਾ ਕੇ ਉਹਨਾਂ ਨੇ ਸੋਚ ਲਿਆ ਕਿ ਜੇ ਰਾਜ ਕਰਨਾ ਤਾਂ ਫਿਰ ਇਸ ਤਰੀਕੇ ਨਾਲ ਨਹੀਂ ਕਰਿਆ ਜਾਣਾ। ਹਾਂ, ਇੱਕ ਕੰਮ ਕੀਤਾ ਉਹਨਾਂ ਨੇ
ਕੱਲੇ ਕੱਲੇ ਘਰ ਦੀ ਤਕਰੀਬਨ ਉਹਨਾਂ ਨੇ ਰਾਜਧਾਨੀ ਦੀ ਜਿੰਨੀ ਕੋ ਉਹਨਾਂ ਦੇ ਆਪਣੇ ਬੰਦੇ ਸੀ ਉਹਨਾਂ ਤਲਾਸ਼ੀ ਲੈ ਲਈ। ਜਿਹੜੇ ਵੀ ਸਰਕਾਰੀ ਵਾਹਨ ਸੀ ਉਹ ਸਾਰੇ ਉਹਨਾਂ ਆਪਣੇ ਕਬਜ਼ੇ 'ਚ ਲੈ ਲਿਆ। ਜਿਹੜੇ ਪ੍ਰਾਈਵੇਟ ਆ ਉਹ ਕਿਸੇ ਨੂੰ ਨਹੀਂ ਛੇੜਿਆ। ਉਹਨਾਂ ਨੂੰ ਕਿਹਾ ਤੁਸੀਂ ਆਪਣਾ ਚਲਾਓ, ਜੋ ਮਰਜ਼ੀ ਕਰੋ, ਉਹਨਾਂ ਤੇ ਕੋਈ ਪਾਬੰਦੀ ਨਹੀਂ ਆ, ਨਾ ਉਹਨਾਂ ਨੂੰ ਕਿਸੇ ਨੇ ਛੇੜਿਆ। ਲੇਕਿਨ ਸਰਕਾਰੀ ਵਾਹਨ ਉਹਨਾਂ ਨੇ ਜੇ ਕਿਸੇ ਦੇ ਘਰ ਖੜਾ ਸੀ, ਬਾਹਰ ਖੜਾ ਸੀ, ਜਿੱਥੇ ਵੀ ਆ, ਉਹ ਉਹਨਾਂ ਨੇ ਸਾਰੇ ਦੇ ਸਾਰੇ ਆਪਣੇ ਕਬਜ਼ੇ 'ਚ ਲੈ ਲਏ ਆ। ਪਰ ਕੁੱਲ ਮਿਲਾ ਕੇ ਆ ਕਿ ਜਿਸ ਤਰ੍ਹਾਂ ਤਰੀਕੇ ਦੇ ਨਾਲ ਇਹ ਰਾਜ ਪਲਟਾ ਹੋਇਆ, ਹਮੇਸ਼ਾ ਕੀ ਕਰਦੀ ਹੁੰਦੀ ਕਿ ਜਿਹੜੀ ਜਦੋਂ ਚੁਣੀ ਹੋਈ ਸਰਕਾਰ ਹੋਵੇ ਤੇ ਉੱਥੇ ਕੀ ਹੁੰਦਾ ਕਿ ਆਰਮੀ ਜਿਹੜੀ ਆ ਉਹ ਪ੍ਰੈਜ਼ੀਡੈਂਟ ਹੋਵੇ ਜਾਂ ਪ੍ਰਧਾਨ ਮੰਤਰੀ ਹੋਵੇ, ਉਹਦਾ ਜਿਹੜਾ ਹੌਸ ਆ ਉਹਨੂੰ ਹੌਸ ਅਰੈਸਟ ਕਰਕੇ ਉੱਥੇ ਤਖਤਾ ਪਲਟ ਦਿੰਦੀ ਆ। ਇਹ ਤਾਂ ਜ਼ਰੂਰ ਹੋਇਆ ਕਿ ਸੱਤਾ ਤਬਦੀਲੀ ਹੋ ਗਈ ਆ। ਪਰ ਇਹ ਆ ਕਿ ਮੋਟਰਸਾਈਕਲਾਂ ਦੇ ਉੱਪਰ ਸਵਾਰ ਹੋ ਕੇ ਇਸ ਤਰੀਕੇ ਦੇ ਨਾਲ ਆਉਣਾ, ਆ ਕੇ ਪੂਰੇ ਦਾ ਪੂਰੇ ਕੰਟਰੀ ਨੂੰ ਆਪਣੇ ਕਬਜ਼ੇ 'ਚ ਲੈ ਲੈਣਾ, ਇਹ ਵੀ ਇੱਕ ਨਵੀਂ ਕਵੈਤ ਜਿਹੜੀ ਉਹ ਸਾਹਮਣੇ ਆਈ ਆ ਕਿ ਕਿੱਧਰ ਨੂੰ ਜਾ ਰਹੇ ਸੀ। ਹੁਣ ਤੱਕ ਕੁੱਲ ਮਿਲਾ ਕੇ ਇਹ ਸੀ ਕਿ ਜਿਹੜੇ ਲੋਕ ਤਾਲਿਬਾਨ ਦੇ ਵਿਰੋਧੀ ਸੀ ਉਹ ਸਾਰੇ ਹਾਸ਼ੀਏ ਤੇ ਚਲੇ ਗਏ, ਚਾਹੇ ਇੰਗਲੈਂਡ ਸੀ, ਚਾਹੇ USA ਸੀ, ਚਾਹੇ ਇੰਡੀਆ ਸੀ। ਲੇਕਿਨ ਚਾਈਨਾ, ਪਾਕਿਸਤਾਨ ਤੇ ਈਰਾਨ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਸਪੋਰਟ ਤੇ ਉੱਤਰ ਆਏ ਆ। ਹੁਣ ਚਾਹੇ ਸਦਾਮ ਹੁਸੈਨ ਹੋਵੇ ਤੇ ਚਾਹੇ ਉਸਾਮਾ ਬਿਨ ਲਾਦੇਨ ਹੋਵੇ, ਇਹ ਤਾਂ ਪਤਾ ਕਿ ਦੋਨਾਂ ਦੇ ਨਾਲ ਦੋਨਾਂ ਦਾ ਜੋ ਹਸ਼ਰ ਹੋਇਆ ਸੀ ਉਹ ਸਾਰਿਆਂ ਨੂੰ ਪਤਾ ਹੀ ਆ। ਪਰ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਜਿਹੜੀ ਸੱਤਾਧਾਰੀ ਧਿਰ ਸੀ ਉੱਥੇ ਬੈਠੀ, ਕੀ ਉਹਦੀ ਆਰਮੀ ਨੇ ਕੰਮ ਨਹੀਂ ਕੀਤਾ ਜਾਂ ਆਰਮੀ ਪਹਿਲੇ ਦਿਨ ਤੋਂ ਸਰੈਂਡਰ ਕਰ ਗਈ? ਆਰਮੀ ਨੇ ਕਿਤੇ ਵਿਰੋਧ ਹੀ ਨਹੀਂ ਕੀਤਾ ਤੇ ਕਿ ਜਾਂ ਰਾਸ਼ਟਰਪਤੀ ਵੱਲੋਂ ਹੀ ਹੁਕਮ ਸੀ ਕਿ ਆਉਣ ਤੋਂ ਜੇ ਕੋਈ ਆਉਂਦਾ ਰੋਕਣਾ ਨਹੀਂ ਹੈ, ਕਿ ਆਪਾਂ ਮਤਲਬ ਖੂਨੀ ਖੇਲ ਜਿਹੜਾ ਉਹ ਨਹੀਂ ਖੇਡਣਾ। ਕਿਤੇ ਨਾ ਕਿਤੇ ਅਜਿਹੇ ਇਸ਼ਾਰੇ ਸੀ ਜਾਂ ਕੀ ਸੀਗਾ, ਇਹ ਰੱਬ ਜਾਣਦਾ। ਹੌਲੀ ਹੌਲੀ ਸਾਰਾ ਕੁਝ ਸਾਹਮਣੇ ਆਜੂ। ਪਰ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਕਵੈਤ ਰਚੀ ਗਈ ਹੈ, ਇਹਦਾ ਮਤਲਬ ਕੱਲ ਨੂੰ ਕੋਈ ਵੀ ਕੰਟਰੀ ਉਸ ਕੰਟਰੀ ਦੇ ਉੱਤੇ ਜਾ ਕੇ ਕਬਜ਼ਾ ਕਰ ਸਕਦਾ। ਕਿ ਜਿੱਥੋਂ ਦੀ ਆਰਮੀ ਜਿਹੜੀ ਆ, ਉਸ ਆਰਮੀ ਨੂੰ ਕਿੰਨੀ ਟ੍ਰੇਨਿੰਗ ਦਿੱਤੀ ਗਈ, ਚਾਹੇ ਉਹ ਬ੍ਰਿਟੇਨ ਵੱਲੋਂ ਦਿੱਤੀ ਗਈ, ਚਾਹੇ ਉਹ USA ਵੱਲੋਂ ਦਿੱਤੀ ਗਈ, ਚਾਹੇ ਇੰਡੀਆ ਵੱਲੋਂ ਦਿੱਤੀ ਗਈ, ਕਿੰਨੀ ਟ੍ਰੇਨਿੰਗ ਦਿੱਤੀ ਗਈ ਉਹਨਾਂ ਨੂੰ। ਪਰ ਉਹ ਲੜ ਉਹਨਾਂ ਲੋਕਾਂ ਨਾਲ ਨਹੀਂ ਸਕੇ ਕਿ ਜਿਹੜੇ ਲੋਕ ਮੋਟਰਸਾਈਕਲਾਂ ਤੇ ਚੜ ਕੇ ਆਏ ਆ। ਤੇ ਫਿਰ ਉਸ ਟ੍ਰੇਨਿੰਗ ਦਾ ਕੀ ਫਾਇਦਾ ਸੀਗਾ? ਲੇਕਿਨ ਕੁੱਲ ਮਿਲਾ ਕੇ ਅਫਰਾ ਤਫਰੀ ਦਾ ਜਿਹੜਾ ਮਾਹੌਲ ਬਣਿਆ ਪਿਆ ਵਾ, ਉਹਨਾਂ ਨੇ ਮੈਨੂੰ ਲੱਗਦਾ ਕਿ ਸ਼ਾਇਦ ਲੋਕਾਂ ਨੂੰ ਰੋਕਣ ਦੇ ਲਈ ਜਿਹੜੀਆਂ ਇੰਟਰਨੈਸ਼ਨਲ ਫਲਾਈਟ ਆ ਉਹ ਸਾਰੇ ਦੀਆਂ ਸਾਰੀਆਂ ਜਿਹੜੀਆਂ ਉਹ ਰੋਕੀਆਂ ਨੇ, ਕਿ ਤਾਂ ਕਿ ਲੋਕ ਦੇਸ਼ ਛੱਡ ਕੇ ਬਹੁਤੇ ਨਾ ਭੱਜਣ। ਹੁਣ ਹਰ ਜਿੱਧਰ ਨੂੰ ਜਿਹਨੂੰ ਰਾਹ ਮਿਲਦਾ ਉਸੇ ਕੰਟਰੀ ਭੱਜਣ ਲਈ ਤਿਆਰ ਬੈਠਾ ਕਿ ਦੇਸ਼ ਛੱਡ ਕੇ ਭੱਜੇ, ਕਿਉਂਕਿ ਜਿਹੜਾ ਪਿਛਲੀ ਕਤਲੋਗਾਰਦ ਸੀ ਨਾ ਉਹ ਉਹਨਾਂ ਨੇ ਦੇਖੀ ਹੋਈ ਸੀਗੀ। ਪਰ ਜਿਸ ਤਰੀਕੇ ਦੇ ਨਾਲ USA ਵੀ ਨਿਕਲਿਆ, ਜੋ USA ਨੇ ਨਿਕਲਣਾ ਸੀ, ਘੱਟੋ ਘੱਟ ਇੱਕ ਗੱਲ ਤਾਂ ਕਲੀਅਰ ਲੋਕਾਂ ਨੂੰ ਹੋ ਜਾਂਦੀ, ਲੋਕ ਪਹਿਲਾਂ ਤੋਂ ਤਿਆਰੀ ਕਰਕੇ ਜਿਹਨੇ ਨਿਕਲਣਾ ਸੀ ਉੱਥੋਂ ਨਿਕਲ ਜਾਂਦੇ। ਪਰ ਜਿਨ੍ਹਾਂ ਨੇ ਨਿਕਲਣਾ ਸੀ ਉਹ ਨਹੀਂ ਨਿਕਲ ਸਕੇ। ਜ਼ਿਆਦਾ ਦੂਤਾਵਾਸ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਆ। ਜਦੋਂ ਜ਼ਿਆਦਾ ਦੂਤਾਵਾਸ ਬੰਦ ਹੋ ਗਿਆ ਉਹਦਾ ਫਰਕ ਤਾਂ ਪੈਣਾ ਹੀ ਪੈਣਾ ਸੀਗਾ ਨਾ। ਬਿਲਕੁਲ ਬਿਲਕੁਲ ਬਿਲਕੁਲ, ਉਹਦਾ ਅਸਰ ਤਾਂ ਕਿਤੇ ਨਾ ਕਿਤੇ ਸੁਰਿੰਦਰ ਵੀਰ ਉਹਨਾਂ ਚੀਜ਼ਾਂ ਦਾ ਅਸਰ ਤਾਂ ਪੈਂਦਾ ਹੈ। ਪਰ ਹੁਣ ਜਿਸ ਤਰ੍ਹਾਂ ਅਮਰੀਕਨ ਗ੍ਰਹਿ ਵਿਭਾਗ ਦੇ ਤਰਜਮਾਨ ਨੇ ਦੱਸਿਆ ਕਿ ਅਮਰੀਕਨ ਐਮਬੈਸੀ ਨੇ ਸਾਰੇ ਮੁਲਕ ਦੇ ਅਮਲੇ ਨੂੰ ਕਾਬਲ ਹਵਾਈ ਅੱਡੇ ਤੇ ਤਬਦੀਲ ਕਰ ਦਿੱਤਾ ਤੇ ਜਲਦੀ ਉਤੋਂ ਸੁਰੱਖਿਅਤ ਕੱਢ ਲਿਆ ਜਾਵੇਗਾ। ਇਸੇ ਤਰ੍ਹਾਂ ਭਾਰਤ ਤੋਂ ਵੀ ਖਬਰਾਂ ਨੇ ਕਿ ਅਫਗਾਨਿਸਤਾਨ ਦੇ ਵਿੱਚ ਫਸੇ ਜਿਹੜੇ ਭਾਰਤੀ ਨੇ, ਭਾਰਤ ਦੇ ਕੈਬਨਿਟ ਸਕੱਤਰ ਨੇ ਇਸ ਮੁਤਲਕ ਜਿਹੜਾ ਬਿਆਨ ਆਇਆ ਕਿ ਹਿੰਦੂ ਤੇ ਸਿੱਖ ਭਾਈਚਾਰੇ ਦੇ ਜਿਹੜੇ ਸਾਰੇ ਲੋਕ ਨੇ ਉਹ ਸੁਰੱਖਿਅਤ ਨੇ, ਉਹ ਸਾਡੇ ਸੰਪਰਕ 'ਚ ਨੇ, ਉਹਨਾਂ ਨੂੰ ਜਲਦ ਹੈ ਜਿਹੜਾ ਕੱਢਿਆ ਜਾਵੇਗਾ। ਉਸ ਬਾਰੇ ਕਾਂਗਰਸ ਨੇ ਰਣਦੀਪ ਸਿੰਘ ਸੁਰਜੇਵਾਲਾ ਦੀ ਤਰਫੋਂ ਇਹ ਗੱਲ ਕਹੀ ਗਈ ਸੀ ਕਿ ਭਾਰਤੀਆਂ ਨੂੰ ਉੱਥੋਂ ਸੁਰੱਖਿਅਤ ਨਹੀਂ ਕੱਢ ਸਕਦੀ ਤੇ ਹਰੇਕ ਨੂੰ ਵਾਪਸ ਲਿਆਉਣ ਦਾ ਪ੍ਰਬੰਧ ਕਰਨ ਦੇ ਵਿੱਚ ਮੋਦੀ ਸਰਕਾਰ ਫੇਲ ਹੋਈ ਹੈ। ਇਸ ਸੰਬੰਧੀ ਵਿਦੇਸ਼ ਮੰਤਰਾਲੇ ਦੀ ਤਰਫੋਂ ਬਿਆਨ ਆਇਆ ਕਿ ਉਹ ਇਸ ਵਕਤ ਉਹਨਾਂ ਸਾਰੇ ਭਾਰਤੀਆਂ ਦੇ ਸੰਪਰਕ ਦੇ ਵਿੱਚ ਨੇ। ਪਰ ਇਹ ਜਿਵੇਂ ਤੁਸੀਂ ਦੱਸਿਆ ਕਿ ਮੋਟਰਸਾਈਕਲਾਂ ਵਾਲੇ ਆ ਕੇ ਦੇਸ਼ ਤੇ ਕਬਜ਼ਾ ਕਰ ਗਏ, ਕਿਤੇ ਸਾਡੇ ਵਾਲੇ ਨਾ ਕੋਈ ਫੀਲਿੰਗ ਲੈ ਜਾਵੇ, ਇੱਕ ਅਮਲੀ ਦੂਜੀ ਸਿਵਿਆਂ ਦੇ ਰਾਹ ਨਾ ਪੈ ਜਾਵੇ ਕਿ ਭਾਈ ਗੁਆਂਢ 'ਚ ਐ ਹੋਇਆ ਅਸੀਂ ਵੀ ਐ ਕਬਜ਼ਾ ਲੈ ਸਕਦੇ ਹਾਂ ਮੋਟਰਸਾਈਕਲਾਂ ਵਾਲੇ ਜੀ। ਨਹੀਂ, ਮੈਂ ਦੱਸਦਾ, ਮੈਂ ਉਹਨਾਂ ਦੀਆਂ ਵੀਡੀਓ ਦੇਖੀਆਂ ਵਿਆਹਾਂ ਦੀਆਂ। ਉਹਨਾਂ ਦੇ ਵਿਆਹ ਹੁੰਦੇ ਨੇ, ਤੁਸੀਂ ਦੇਖੋ ਕਿ ਜਿੰਨੇ ਬਰਾਤੀ ਸਾਰਿਆਂ ਦੇ ਕੋਲੇ ਨਾ ਉਹਨਾਂ ਕੋਲੇ ਗੰਨਾ ਇੱਕ ਵੱਡੇ ਤੇ, ਔਰ ਉਹ ਇੰਨੀ ਕੋ ਹਵਾਈ ਫਾਇਰਿੰਗ ਕਰਦੇ ਆ ਰਹੇ ਜਿਹਦਾ ਕੋਈ ਅੰਤ ਨਹੀਂ। ਜਿਹੜੇ ਲੜਕੀ ਵਾਲੇ ਉਹਨਾਂ ਵੀ ਅੱਗੋਂ ਰੱਜ ਕੇ ਫਾਇਰਿੰਗ ਕੀਤੀ। ਤੇ ਮੈਂ ਉਹ ਵੀਡੀਓ ਦੇਖ ਕੇ ਮੈਨੂੰ ਹਾਸਾ ਆਉਂਦਾ ਸੀ। ਮੈਂ ਕਿਹਾ ਸਾਡੇ ਵਾਲੇ ਤਾਂ 2 ਪੈਗ ਲਾ ਕੇ ਸਦਾਈ ਆਰਕੈਸਟਰਾ ਵਾਲਿਆਂ ਨੂੰ ਗੋਲੀ ਮਾਰ ਦਿੰਦੇ ਆ।
ਉਹਨਾਂ ਨੇ 1.5 ਪੌਣੇ 2 ਘੰਟੇ ਜਿਹੜੇ ਸੀਗੇ ਇੱਕ ਬੰਨੇ ਬਰਾਤ ਤੁਰੀ ਆ ਰਹੀ ਹੈ, ਦੂਜੇ ਪਹਾੜਾਂ ਦੇ ਵਿੱਚ ਹੋ ਰਿਹਾ, ਉਹ ਵੀ ਤਾਲਿਬਾਨਾਂ ਦੇ ਇਹਨਾਂ ਦੇ ਵਿਆਹ ਹੋ ਰਿਹਾ ਸੀਗਾ। ਠੀਕ ਆ, ਇਹ ਲੜਾਕੂ ਨੇ, ਸਭ ਤੋਂ ਕਹਿੰਦੇ ਵੱਧ ਲੜਾਕੂ ਇਹ ਨੇ, ਪਰ ਉਹਨਾਂ 'ਚ ਕਿਸੇ ਦੇ ਗੋਲੀ ਨਹੀਂ ਲੱਗੀ, ਸਾਰੀ ਹਵਾਈ ਫਾਇਰਿੰਗ ਸੀਗੀ ਜਿੰਨੀ ਵੀ ਸੀ। ਔਰ ਤੜਾਤੜ ਖੁਸ਼ੀ ਦੇ ਵਿੱਚ ਉਹ ਪਟਾ ਐ ਚੱਲ ਰਿਹਾ ਸੀ, ਉਹਦੇ ਤੋਂ ਇੱਕ ਦੇ ਬਾਅਦ ਇੱਕ ਗੋਲੀ ਨਿਕਲ ਰਹੀ ਸੀ, ਬੜੇ ਸ਼ੌਂਕ ਦੇ ਵਿੱਚ ਨੱਚਦੇ ਵੀ ਆ ਰਹੇ ਨੇ ਤੇ ਗੋਲੀਆਂ ਜਿਹੜੀਆਂ ਚੱਲਦੀਆਂ ਜਾ ਰਹੀਆਂ, ਪਤਾ ਨਹੀਂ ਕਿੰਨੇ ਕੋ ਵੈਪਨ ਜਿਹੜੇ ਉਹ ਇਕੱਠੇ ਚੱਲ ਰਹੇ ਸੀਗੇ। ਠੀਕ ਹੈ, ਤੇ ਮੈਂ ਸਾਡੇ ਵਾਲਾ ਤੇ ਜੇ 2 ਪੈਗ ਲਾਇਆ, ਸ਼ਾਮ ਨੂੰ 2 ਆਰਕੈਸਟਰਾ ਰੇੜੀਆਂ ਹੁੰਦੀਆਂ, ਬਾਅਦ ਚ ਪਤਾ ਲੱਗਦਾ ਕਈ ਵਾਰੀ ਲਾੜਾ ਵੀ ਕੁਰਸੀ ਤੇ ਟੇਢਾ ਹੋਇਆ ਹੁੰਦਾ, ਪਹਿਲਾਂ ਪਤਾ ਨਹੀਂ ਲੱਗਦਾ, ਬਾਅਦ ਚ ਲਾੜੀ ਕਹਿੰਦੀ ਆ ਸਾਂਭ ਲਓ ਭਾਈ ਪਿਆ ਵਾ, ਪਾ ਲਓ ਇਹਦੇ ਤੇ ਹੁਣ ਜਿਹੜਾ ਕੋਈ ਚਿੱਟਾ ਕੱਪੜਾ ਲਿਜਾ ਕੇ ਪਾਉਣਾ। ਫੋਰਸ ਵਾਲੇ ਨਹੀਂ ਕਈ ਵਾਰੀ ਹੁੰਦਾ ਤਾਂ ਸੁਸਾਈਡ ਹੈ, ਕਹਿਣਗੇ ਰਾਈਫਲ ਸਾਫ਼ ਕਰਦੇ, ਅਚਾਨਕ ਗੋਲੀ ਚੱਲ ਗਈ। ਖੈਰ, ਇਸ ਦੌਰਾਨ ਜਿਹੜੀਆਂ ਸਿਆਸੀ ਅਚਾਨਕ ਗੋਲੀਆਂ ਚੱਲ ਰਹੀਆਂ ਨੇ, ਪੈਗਾਸਸ ਜਸੂਸੀ ਮਾਮਲੇ ਤੇ ਭਾਰਤ ਸਰਕਾਰ ਸਾਫ਼ ਹੀ ਮੁੱਕਰ ਗਈ ਆ। ਕੇਂਦਰ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਨਿਰਪੱਖ ਜਾਂਚ ਦੀ ਮੰਗ ਕਰਦੇ ਪਟੀਸ਼ਨਰ ਦੇ ਲਾਏ ਦੋਸ਼ਾਂ ਤੋਂ ਇਨਕਾਰ ਕੀਤਾ। ਸੁਪਰੀਮ ਕੋਰਟ 'ਚ ਜਿਹੜੀ ਅੱਜ ਸੁਣਵਾਈ ਹੋਈ ਹੈ ਇਸ ਪੂਰੇ ਮਾਮਲੇ ਦੀ, ਤੇ ਮਾਹਰਾਂ ਨੇ ਘੋਖ ਕੀਤੀ ਹੈ ਕਿ ਹਲਫਨਾਮੇ 'ਚ ਕਿਹਾ ਗਿਆ ਕਿ ਇਸ ਪੂਰੇ ਮਾਮਲੇ ਦੀ ਮਾਹਰਾਂ ਵੱਲੋਂ ਸਮੂਹ ਦੇ ਵਿੱਚ ਘੋਖ ਕਰਵਾਈ ਜਾਵੇਗੀ। ਕੇਂਦਰ ਸਰਕਾਰ ਨੇ ਆਖਿਆ ਕਿ ਉਹ ਜਸੂਸੀ ਦੇ ਦੋਸ਼ਾਂ ਦੀ ਜਾਂਚ ਦੇ ਲਈ ਕਮੇਟੀ ਗਠਿਤ ਕਰੇਗੀ। ਕੇਂਦਰ ਸਰਕਾਰ ਨੇ ਆਪਣਾ ਹਲਫਨਾਮਾ ਪੇਸ਼ ਕੀਤਾ ਕਿ ਉਹ ਤੇ ਕਮੇਟੀ ਬਣਾਉਣਗੇ। ਕੇਂਦਰ ਸਰਕਾਰ ਨੇ ਕੁਝ ਰਿਪੋਰਟਾਂ ਦੇ ਹਵਾਲੇ ਨਾਲ ਲਾਏ ਦੋਸ਼ਾਂ ਕਿ ਵਿਰੋਧੀ ਧਿਰ ਦੇ ਆਗੂਆਂ, ਪੱਤਰਕਾਰਾਂ ਦੇ ਹੋਰਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਜਿਹੜਾ ਸਪਾਈਵੇਅਰ ਵਰਤਿਆ ਗਿਆ, ਇਹਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਕਹਿੰਦੇ ਹੈ ਇਹ 'ਚ ਕੁਛ ਨਹੀਂ, ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕਮੇਟੀ ਗਠਿਤ ਕਰ ਦਈਏ। ਸੋ ਇਲੈਕਟ੍ਰੋਨਿਕ ਤੇ ਸੂਚਨਾ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਨੇ 2 ਸਫ਼ਿਆਂ ਦਾ ਹਲਫਨਾਮਾ ਅੱਜ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤਾ, ਪਰ ਪੈਂਦੇ ਹੀ ਮੁੱਕਰ ਗਏ। ਕਹਿੰਦੇ ਜੀ ਇਹ 'ਤੇ ਕੋਈ ਸੱਚਾਈ ਨਹੀਂ ਹੈ, ਫਾਲਤੂ ਹੈ, ਕੋਈ ਜਸੂਸੀ ਸੌਫਟਵੇਅਰ ਨਹੀਂ। ਪਰ ਇਹਨਾਂ ਨੂੰ ਪੁੱਛੇ ਕਿ ਫਰਾਂਸ ਦੀ ਸਰਕਾਰੀ ਸੁਰੱਖਿਆ ਏਜੰਸੀ ਨੇ ਕਹਿ ਦਿੱਤਾ ਕਿ ਸਾਡੇ 2 ਪੱਤਰਕਾਰਾਂ ਦੀ ਜਿਹੜੀ ਹੈ ਉਹ ਜਾਂਚ ਹੋਈ ਹੈ। ਜੇ ਜਸੂਸੀ ਮਾਮਲਾ ਨਹੀਂ ਚੱਲਦਾ ਤਾਂ ਫਿਰ ਅਮਰੀਕਾ ਨੇ ਇਜ਼ਰਾਈਲ ਨੂੰ ਕਿਉਂ ਲਾਂਭਾ ਦਿੱਤਾ, ਹੈ ਨਾ? ਤੇ ਇਜ਼ਰਾਈਲ ਦੇ ਹੀ ਇੱਕ ਪੱਤਰਕਾਰ ਨੇ, ਸੰਪਾਦਕ ਨੇ, ਭਾਰਤੀ ਸੰਪਾਦਕ ਨੂੰ ਇੰਟਰਵਿਊ ਦਿੱਤੀ ਹੈ ਕਿ ਮੋਦੀ ਸਾਹਿਬ ਦੇ ਇਜ਼ਰਾਈਲ ਫੇਰੀ ਤੋਂ ਬਾਅਦ ਇਹ ਸਪਾਈਵੇਅਰ ਚਰਚਿਤ ਹੋਇਆ ਤੇ ਕੀ ਕੁਛ ਹੈ ਇਸ ਜਸੂਸੀ ਮਾਮਲੇ ਤੇ। ਉਧਰ ਸੋਨੀਆ ਗਾਂਧੀ ਦੀ ਵੀ ਪ੍ਰੈਸ ਸਟੇਟਮੈਂਟ ਆ ਗਈ ਹੈ ਤੇ ਉਹ ਵੀ ਫਾਰਮ ਦੇ ਵਿੱਚ ਆ ਗਏ ਨੇ, ਪਹਿਲਾਂ ਦੀ ਤਰ੍ਹਾਂ ਸਫੈਦ ਚੁੰਨੀ ਲੈ ਕੇ ਉਹਨਾਂ ਨੇ ਅੱਜ ਆਪਣਾ ਪ੍ਰੈਸ ਨੋਟ ਜਾਰੀ ਕੀਤਾ ਕਿ ਜਿਵੇਂ ਦੇਸ਼ ਦਾ ਸੰਵਿਧਾਨ ਮਧੋਲਿਆ ਜਾ ਰਿਹਾ, ਅਜਿਹੇ ਮੌਕੇ ਚੁੱਪ ਰਹਿਣਾ ਕਹਿੰਦੇ ਪਾਪ ਤੋਂ ਘੱਟ ਨਹੀਂ, ਸੋ ਅਸੀਂ ਪਾਪ ਨਹੀਂ ਹੋਣ ਦੇਵਾਂਗੇ। ਤੇ ਇਸ ਸੰਬੰਧੀ ਜਿਹੜਾ ਅੰਗਰੇਜ਼ੀ ਰੋਜ਼ਨਾਮੇ 'ਚ ਦੇ ਛਪੇ ਪਾਰਟੀ ਪ੍ਰਧਾਨ ਦੇ ਮਜ਼ਮੂਨ ਦੇ ਹਵਾਲੇ ਨਾਲ ਆਖਿਆ ਕਿ ਜਦੋਂ ਸੰਵਿਧਾਨ ਦੇ ਵਿੱਚ ਮਿਲੇ ਲੋਕਾਂ ਦੇ ਮੌਲਿਕ ਅਧਿਕਾਰਾਂ ਨੂੰ ਪੈਰਾਂ ਹੇਠ ਮਧੋਲਿਆ ਜਾਵੇ ਤਾਂ ਚੁੱਪ ਰਹਿਣਾ ਵੀ ਪਾਪ ਹੈ। ਯਾਨੀ ਕਿ ਸੋਨੀਆ ਗਾਂਧੀ ਕਹਿੰਦੀ ਹੈ ਕਿ ਮੋਦੀ ਸਾਹਿਬ ਪਾਪ ਕਰ ਰਹੇ ਨੇ, ਸੋ ਇਹ ਤੇ ਪਾਪ ਤੇ ਚੁੱਪ ਰਹਿਣਾ ਵੀ ਵੱਡਾ ਪਾਪ ਹੈ, ਸੋ ਅਸੀਂ ਪਾਪ ਹਰਗਿਜ਼ ਨਹੀਂ ਕਰਾਂਗੇ। ਯਾਨੀ ਕਿ ਇਹ ਵੀ ਫਾਰਮ 'ਚ ਆ ਗਏ ਨੇ। ਤੇ ਪੈਗਾਸਸ ਜਸੂਸੀ ਮਾਮਲੇ ਤੇ ਵੀ ਗੱਲ ਥੋੜੀ ਸਰਕਣ ਲੱਗੀ ਹੈ, ਜੋ ਕੇਂਦਰ ਸਰਕਾਰ ਨੇ ਅੱਜ ਹਲਫਨਾਮਾ ਜਾਰੀ ਕੀਤਾ ਹੈ। ਇਹ ਦੋਨਾਂ ਤੇ ਦਿਓ ਇਨਪੁਟ, ਵਧੀਏ ਸਮਾਪਤੀ ਵੱਲ ਨੂੰ। ਦੇਖੋ, ਜਿੱਥੋਂ ਤੱਕ ਗੱਲ ਪੈਗਾਸਸ ਦਾ, ਇੱਕ ਗੱਲ ਤਾਂ ਸਪਸ਼ਟ ਆ ਕਿ ਆਪਾਂ ਸ਼ੁਰੂ ਚ ਕਿਹਾ ਸੀ ਕਿ ਇਸ ਕੇਂਦਰ ਦੀ ਸਰਕਾਰ ਨੇ ਨਾ ਇਹਨੇ ਜਿਹੜੀ ਵੀ ਏਜੰਸੀ ਇਹਦੀ ਜਾਂਚ ਕਰੇਗੀ ਉਹਦੇ ਚ ਕੋਈ ਨਿਆਂ ਜਿਹੜਾ ਉਹ ਨਹੀਂ ਦੇਣਾ। ਠੀਕ ਆ, ਇੱਕ ਕਮੇਟੀ ਹੈ, ਜੇ ਕਮੇਟੀ ਤੇ ਵਿਸ਼ਵਾਸ ਨਹੀਂ ਹੋਊਗਾ, ਕਮੇਟੀ ਤੇ ਦੂਸਰੀ ਕਮੇਟੀ ਤੇ ਉਹਦੇ ਉੱਤੇ ਤੀਜੀ ਕਮੇਟੀ ਦਾ ਕੰਮ ਤੇ ਮਿੱਟੀ, ਉੱਥੋਂ ਤੱਕ ਕੰਮ ਜਿਹੜਾ ਉਹ ਨਿਪਟਾ ਦੇਣਗੇ। ਹਾਲਾਤ ਕੀ ਨੇ ਕਿ ਅੱਜ ਤੱਕ ਜਦੋਂ ਬੋਫੋਰਸ ਦਾ ਵੀ ਰੌਲਾ ਪਿਆ ਸੀ, ਉਸ ਵੇਲੇ ਕਿਹੜਾ ਰਾਜੀਵ ਗਾਂਧੀ ਦੇ ਰਾਜ 'ਚ ਉਦੋਂ ਕਿਹੜਾ ਕੋਈ ਇਨਸਾਫ ਦੇਣ ਲਈ ਤਿਆਰ ਸੀ, ਪਰ ਉਹ ਬੋਫੋਰਸ ਜਿਹੜੀ ਸੀਗੀ ਉਹ ਅਖੀਰ ਰਾਜੀਵ ਗਾਂਧੀ ਦੀ ਸੱਤਾ ਜਿਹੜੀ ਸੀ ਉਹਦਾ ਐਂਡ ਕਰ ਗਈ। ਮੁੜ ਕੇ ਰਾਜ ਭਾਗ ਭੋਗਣ ਦਾ ਮੌਕਾ ਹੀ ਨਹੀਂ ਮਿਲਿਆ। ਜੇ 10 ਸਾਲ ਮਿਲੇ ਉਹ ਡਾਕਟਰ ਮਨਮੋਹਨ ਸਿੰਘ ਦੇ ਮੋਢਿਆਂ ਤੇ ਰੱਖ ਕੇ ਚਲਾਉਣੀ ਪਈ, ਪਤਾ ਸੀ ਕਿ ਗੱਡੀ ਨਹੀਂ ਚੱਲਣੀ, ਇਸੇ ਕਰਕੇ ਹਾਸ਼ੀਏ ਤੇ ਗਏ। ਉਹੀ ਕੁਛ ਜਿਹੜਾ ਇਹ ਇਸ ਵਕਤ ਮੌਜੂਦਾ ਕੇਂਦਰ ਦੀ ਸਰਕਾਰ ਜਿਹੜੀ ਉਹ ਕਰਦੀ ਆ ਰਹੀ ਹੈ, ਇੱਕ ਦੇ ਬਾਅਦ ਇੱਕ ਹੱਥਕੰਡਾ ਜਿਹੜਾ ਅਪਣਾਉਂਦੀ ਤੁਰੀ ਆ ਰਹੀ ਆ। ਨਹੀਂ ਤਾਂ ਹਮੇਸ਼ਾ ਸਰਕਾਰਾਂ ਕੀ ਹੁੰਦੀਆਂ, 1-2 ਅਫਸਰਾਂ ਤੇ ਨਜ਼ਲਾ ਝਾੜ ਕੇ ਉੱਥੇ ਕਿਤੇ ਨਾ ਕਿਤੇ ਕੁਛ ਨਾ ਕੁਛ ਆਪਣੀ ਜਾਨ ਜਿਹੜੀ ਬਚਾ ਲੈਂਦੀਆਂ। ਪਰ ਇਹ ਪਹਿਲੀ ਸਰਕਾਰ ਹੈ ਕਿ ਜਿਹੜੀ ਮੰਨਣ ਲਈ ਤਿਆਰ ਨਹੀਂ ਹੈ, ਯਾਨੀ ਕਿ ਗਲਤੀ ਕੀਤੀ, ਗਲਤੀ ਕਰਕੇ ਮੰਨਣ ਲਈ ਤਿਆਰ ਨਹੀਂ। ਇੱਕ ਗਲਤੀ ਕਰਕੇ ਮੰਨ ਲਿਆ ਤਾਂ ਮਤਲਬ ਗਲਤੀ ਹੋਈ ਹੈ। ਇਹਨਾਂ ਨੇ ਤਾਂ ਬਈ ਸ਼੍ਰੀ ਰਾਮ ਮੰਦਿਰ ਦਾ ਜਿਹੜਾ ਕਰੋੜਾਂ ਦਾ ਘਪਲਾ ਹੋਇਆ
ਉਹ ਚੰਪਤ ਰਾਏ ਨੂੰ ਨਹੀਂ ਬਦਲਿਆ। ਕਹਿੰਦੇ ਜੇ ਉਹਨੂੰ ਬਦਲਤਾ ਤਾਂ ਸ਼ੱਕ ਪੈ ਜੂ ਵੀ ਹਾਂ ਵਾਕਈ ਉਹਨੇ ਕਰੋੜਾਂ ਦੀ ਠੱਗੀ ਲਾਈ ਹੈ ਰਜਿਸਟਰੀ ਦੇ ਰੇਟ ਵਧਾ ਕੇ। ਸੋ ਉੱਥੇ ਤਾਂ ਫਿਰ ਪ੍ਰੂਫ ਹੋ ਗਿਆ ਕਿ ਠੱਗੀ ਲੱਗੀ ਹੈ ਨਾ। ਇਸੇ ਕਰਕੇ ਗਲਤੀ ਨਹੀਂ ਮੰਨਦੇ, ਬਹੁਤ ਤੇਜ਼ ਆ ਸਾਮ ਦਾਮ ਦੰਡ ਭੇਦ ਵਾਲੇ ਜੀ। ਨਹੀਂ ਪਤਾ ਗੱਲ ਕੀ ਹੈ, ਤੇਜ਼ ਕਿੰਨੀ ਦੇਰ ਬਣੋਗੇ। ਜਿਹੜਾ ਡਾਕੂਮੈਂਟਲੀ ਪ੍ਰੂਫ ਹੁੰਦਾ ਉਹਨੂੰ ਤੁਸੀਂ ਕਿੰਨੀ ਦੇਰ ਲੁਕੋ ਲਓਗੇ? ਉਹ ਲੁਕੋਏ ਜਾ ਸਕਦੇ। ਔਰਲ ਐਵੀਡੈਂਸ ਜਿਹੜਾ ਉਹ ਹਮੇਸ਼ਾ ਲੁਕੋ ਲਿਆ ਜਾਂਦਾ, ਜਿਹੜਾ ਡਾਕੂਮੈਂਟਲੀ ਪ੍ਰੂਫ ਹੁੰਦਾ ਉਹਨੂੰ ਲੁਕੋਇਆ ਨਹੀਂ ਜਾਂਦਾ। ਪਰ ਬਦਕਿਸਮਤੀ ਇਹ ਸਾਰੇ ਡਾਕੂਮੈਂਟ ਪ੍ਰੂਫ ਜਿਹੜੇ ਆ ਉਹਨੂੰ ਵੀ ਜਿਹੜਾ ਉਸ ਐਵੀਡੈਂਸ ਨੂੰ ਵੀ ਤਹਿਸ ਨਹਿਸ ਕਰਦੇ ਤੁਰੇ ਜਾਂਦੇ। ਏਦਾਂ ਲੰਬਾ ਸਮਾਂ ਨਹੀਂ ਚੱਲਦਾ। ਜਿੰਨਾ ਕੁਝ ਮਰਜ਼ੀ ਕਰ ਲੈਣ, ਜਿੰਨੇ ਮਰਜ਼ੀ ਹੱਥ ਕੰਡੇ ਅਪਣਾ ਲੈਣ, ਠੀਕ ਆ। ਆਪਾਂ ਨੂੰ ਪਤਾ ਸੁਪਰੀਮ ਕੋਰਟ ਨੇ ਉਹੀ ਕੁਝ ਕਰਨਾ ਜੋ ਕੁਝ ਕੇਂਦਰ ਸਰਕਾਰ ਨੇ ਕਹਿਣਾ, ਕਿਉਂਕਿ ਹਰ ਚੀਫ ਜਸਟਿਸ ਦੀ ਇੱਕ ਮਜਬੂਰੀ ਹੁੰਦੀ ਆ। ਉਹਨੂੰ ਹੁੰਦਾ ਕਿ ਮੈਂ ਇਸ ਤੋਂ ਬਾਹਰ ਜਿਹੜਾ ਵਾ ਉਹ ਜਾ ਕੇ ਅੱਗੇ ਸੈੱਟ ਕਿੱਥੇ ਹੋਣਾ। ਯਾਨੀ ਕਿ ਬਾਹਰ ਦਾ 65 ਸਾਲ ਦੀ ਉਮਰ ਤੱਕ ਵੀ ਨੌਕਰੀ ਕਰਕੇ ਵੀ ਜਿਹੜਾ ਕਿਸੇ ਬੰਦੇ ਦਾ ਮਨ ਜਿਹੜਾ ਉਹ ਨਹੀਂ ਭਰਦਾ, ਉਸ ਤੋਂ ਬਾਅਦ ਵੀ ਆਸ ਰੱਖਦਾ ਕਿ ਮੈਨੂੰ ਇਸ ਤੋਂ ਬਾਅਦ। ਜਸਟਿਸ ਰਮन्ना ਨੇ ਆਜ਼ਾਦੀ ਦਿਵਸ ਦੇ ਮੌਕੇ ਇੱਕ ਸਮਾਗਮ ਨੂੰ ਸੰਬੋਧਨ ਕੀਤਾ। ਕਹਿੰਦੇ ਅਫਸੋਸ ਕਿ ਸੰਸਦ ਦੇ ਵਿੱਚ ਜੋ ਕੁਝ ਹੋ ਰਿਹਾ ਬਹੁਤ ਮੰਦਭਾਗਾ ਹੈ। ਕਹਿੰਦੇ ਇਹ ਤਾਂ ਹੋ ਰਿਹਾ ਕਿ ਸੰਸਦ ਦੇ ਵਿੱਚ ਨਾ ਬੁੱਧੀਜੀਵੀ ਨੇ ਤੇ ਨਾ ਵਕੀਲ ਨੇ। ਚਲੋ ਇਹਨਾਂ ਨੇ ਮੰਨਿਆ ਕਿ ਬੁੱਧੀਜੀਵੀ ਨਹੀਂ ਹੈਗੇ ਉੱਥੇ, ਵਕੀਲ ਤਾਂ ਚਲੋ ਇਹਨਾਂ ਕੋਲ ਵੀ ਕਪਿਲ ਸਿੱਬਲ ਜਾਂ ਬੀਜੇਪੀ ਕੋਲ ਵੀ ਗਈ ਹੈਗੇ, ਪਰ ਉਹਨਾਂ ਨੇ ਨਾਲ ਵਕੀਲ ਵੀ ਆਖਿਆ। ਇਹ ਤਾਂ ਗੱਲ ਉਹਨਾਂ ਦੀ ਮੰਨਿਆ ਕਿ ਉੱਥੇ ਬੁੱਧੀਜੀਵੀ ਨਹੀਂ। ਜੇ ਬੁੱਧੀਜੀਵੀ ਹੋਣ, ਸਿਆਣੇ ਹੋਣ, ਬੁੱਧੀ ਤੋਂ ਵਰਤ ਲੈਣ, ਥੋੜਾ ਜਿਹਾ ਕੰਮ ਲੈ ਲੈਣ ਅਕਲ ਤੋਂ, ਪਰ ਉੱਥੇ ਬੁੱਧੀਜੀਵੀ ਨਹੀਂ ਹੈ, ਘੱਟ ਨੇ, ਬਹੁਤ ਘੱਟ ਨੇ। ਪਰ ਉੱਥੇ ਕਹਿੰਦੇ ਵਕੀਲ ਨਹੀਂ ਆ। ਸੋ ਅਜਿਹੇ ਮੌਕੇ ਹੋ ਰਿਹਾ ਜਦੋਂ ਸੰਸਦ 'ਚ ਕਹਿੰਦੇ ਨਾ ਬੁੱਧੀਜੀਵੀ ਨੇ ਨਾ ਵਕੀਲ ਨੇ, ਪਰ ਜੱਜ ਤਾਂ ਹੈਗੇ ਨੇ ਨਾ। ਤੁਹਾਡੇ ਵਾਲੇ ਤੇ ਗਏ ਨੇ, ਤੁਹਾਡੇ ਪਹਿਲੇ ਸੀਨੀਅਰ ਹੈ ਨਾ, ਇਹਦਾ ਮਤਲਬ ਉਹ ਕੀ ਨੇ। ਸੋ ਬਹੁਤ ਸਵਾਲ ਉਹਨਾਂ ਨੇ ਵੀ ਖੜੇ ਕੀਤਾ ਆਜ਼ਾਦੀ ਵਾਲੇ ਦਿਨ ਜੀ। ਨਹੀਂ, ਉਹ ਆਜ਼ਾਦੀ ਦਿਵਸ ਤੇ ਜਿਹੜੇ ਸਵਾਲ ਖੜੇ ਕੀਤੇ ਆ ਉਹ ਇਨਡਾਇਰੈਕਟ ਆਪੋਜੀਸ਼ਨ ਤੇ ਖੜੇ ਕੀਤੇ, ਨਾ ਕਿ ਸੱਤਾਧਾਰੀ ਧਿਰ ਤੇ ਕੀਤੇ ਆ। ਜੇ ਤਾਂ ਸਿੱਧਾ ਹੀ ਕਹਿ ਦਿੰਦਾ ਕਿ ਸੱਤਾ ਜਿਹੜੀ ਵਿਰੋਧੀ ਧਿਰ ਉਹ ਨਕੰਮੀ ਆ, ਉਹਨਾਂ ਨੂੰ ਸੰਸਦ ਦੀ ਕਾਰਵਾਈ ਨਹੀਂ ਚੱਲਣ ਦਿੱਤੀ, ਤੇ ਫਿਰ ਹੋਰ ਜ਼ਿਆਦਾ ਸਵਾਲ ਖੜੇ ਹੋਣੇ ਸੀ। ਟੇਢੇ ਤਰੀਕੇ ਨਾਲ ਵਿਅੰਗ ਕਰਕੇ ਨਿਕਲਦੇ ਬਣੇ ਆ। ਹੁਣ ਵਿਅੰਗ ਆਪੋਜੀਸ਼ਨ ਤੇ ਕਰ ਰਿਹਾ, ਲੇਕਿਨ ਸੱਤਾਧਾਰੀ ਧਿਰ ਤੋਂ ਤਾਂ ਕਿਉਂਕਿ ਅੱਗੇ ਕੋਈ ਨਾ ਕੋਈ ਫਾਇਦਾ ਲੈਣਾ। ਇਹ ਤਾਂ ਪਤਾ ਕਿ ਸੱਤਾਧਾਰੀ ਧਿਰ 2024 ਤੱਕ ਬੈਠੀ ਆ, ਵਿਰੋਧੀ ਧਿਰ ਤੋਂ ਤਾਂ ਕੁਝ ਨਹੀਂ ਲੈਣਾ ਨਾ। ਤੇ ਫਿਰ ਵਿਰੋਧੀ ਧਿਰ ਦੀ ਕਿਉਂ ਗੱਲ ਕਰਨਗੇ? ਗੱਲ ਤਾਂ ਸੱਤਾਧਾਰੀ ਧਿਰ ਦੀ ਕਰਨਗੇ। ਸੱਤਾਧਾਰੀ ਧਿਰ ਤਾਂ ਪਹਿਲਾਂ ਕਹਿ ਚੁੱਕੀ ਆ, ਚਾਹੇ ਉਪ ਰਾਸ਼ਟਰਪਤੀ ਹੋਵੇ ਤੇ ਚਾਹੇ ਲੋਕ ਸਭਾ ਦਾ ਸਪੀਕਰ ਹੋਵੇ, ਚਾਹੇ ਪ੍ਰਧਾਨ ਮੰਤਰੀ ਹੋਵੇ, ਚਾਹੇ ਹੋਮ ਮਿਨਿਸਟਰ, ਉਹ ਸਾਰੇ ਕਹਿ ਚੁੱਕੇ ਨੇ। ਕਹਿੰਦੇ ਜੀ ਇਹਨਾਂ ਨੇ ਇਹ ਜਿਹੜਾ ਕੀ ਕਹਿੰਦੇ ਆਪਣਾ ਦੇਸ਼ ਦਾ ਪਾਰਲੀਮੈਂਟ ਆ, ਜਿਹੜਾ ਦੇਸ਼ ਦਾ ਕੀ ਕਹਿੰਦੇ ਹੁੰਦੇ ਆ ਸੰਵਿਧਾਨਿਕ ਮੰਦਰ ਆ, ਉਸ ਮੰਦਰ ਨੂੰ ਕਹਿੰਦੇ ਇਹਨਾਂ ਨੇ ਤਹਿਸ ਨਹਿਸ ਕਰ ਦਿੱਤਾ। ਜਿਹੜੀ ਤੁਸੀਂ ਮਸਜਿਦ ਢਾਈ ਸੀ ਉਹ ਸੱਚੀ ਮੁੱਚੀ ਦੀ ਉਹ ਤੈਨੂੰ ਯਾਦ ਨਹੀਂ ਸੀਗੀ। ਇਸ ਕਰਕੇ ਕਿਤੇ ਨਾ ਕਿਤੇ ਆ ਦੇਖੋ ਗੱਲਾਂ ਇਹ ਆ ਕਿ ਇਹ ਚਾਹੇ ਰਾਜਨੀਤਿਕ ਲੋਕ ਹੋਣ, ਚਾਹੇ ਇਸ ਵੱਡੇ ਸੰਵਿਧਾਨਕ ਅਹੁਦਿਆਂ ਤੇ ਬੈਠੇ ਲੋਕ ਹੋਣ, ਇਹਨਾਂ ਤੋਂ ਜੇ ਬਹੁਤੀ ਵੱਡੀ ਆਸ ਰੱਖੋ ਉਹ ਨਹੀਂ ਹੈ। ਇਹ ਸਾਰੀ ਸੱਤਾਧਾਰੀ ਧਿਰ ਨਾਲ ਮਿਲ ਕੇ ਜਿਸ ਤਰੀਕੇ ਦੇ ਨਾਲ ਪਿਛਲੇ 25-30 ਸਾਲ ਦੀ ਗੇਮ ਚੱਲਣ ਲੱਗੀ ਆ, ਕਿਤੇ ਨਾ ਕਿਤੇ ਉਹਨੇ ਇਸ ਦੇਸ਼ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਕੀਤਾ ਵਾ। ਠੀਕ ਹੈ, ਇਹ ਤਾਂ ਕਹਿ ਤੱਕ ਉੱਥੇ ਬੁੱਧੀਜੀਵੀ ਨਹੀਂ ਹੈ, ਜਾਂ ਚੰਗਾ ਹੁੰਦਾ ਕਹਿ ਦਿੰਦੇ ਉੱਥੇ ਪਰਜੀਵੀ ਬੈਠੇ ਆ ਸਾਰੇ। ਠੀਕ ਹੈ ਨਾ, ਮੋਦੀਜੀਵੀ। ਹਾਂ, ਨਹੀਂ ਪਰਜੀਵੀ ਕਹਿ ਦਿੰਦੇ ਨਾ। ਉਹ ਵੀ ਤਾਂ ਕਹਿੰਦਾ ਸੀ ਕਿਸਾਨ ਜਿਹੜੇ ਆ ਉਹ ਪਰਜੀਵੀ ਆ। ਤੇ ਫਿਰ ਇਹ ਚੰਗਾ ਹੁੰਦਾ ਕਿ ਇੰਨਾ ਕੋ ਜਿਹੜਾ ਸੀਗਾ ਚੀਫ ਜਸਟਿਸ ਉਹ ਕਹਿ ਦਿੰਦਾ ਕਿ ਉੱਥੇ ਸਾਰੇ ਪਰਜੀਵੀ ਬੈਠੇ ਆ, ਫਿਰ ਪਤਾ ਤਾਂ ਲੱਗ ਜਾਂਦਾ ਕਿ ਸੱਤਾਧਾਰੀ ਧਿਰ ਵੀ ਪਰਜੀਵੀਆਂ ਦੀ ਆ। ਇਸ ਕਰਕੇ ਆ ਕਿ ਇਹ ਕਵੈਤ ਗਲਤ ਆ। ਠੀਕ ਆ, ਪਾਰਲੀਮੈਂਟ ਜਿਹੜੀ ਆ ਉਹ ਮਸਲੇ ਹੱਲ ਕਰਨ ਦੀ ਆ। ਲੋਕਾਂ ਨੇ ਚੁਣ ਕੇ ਕਾਹਦੇ ਲਈ ਭੇਜਿਆ? 543 ਭੇਜੇ ਨੇ, ਇਸ ਕਰਕੇ ਭੇਜਿਆ ਕਿ ਦੇਸ਼ ਦੇ ਲਈ ਪਾਲਿਸੀ ਬਣਾਉਣੀ ਆ। ਹੋਰ ਇਹਨਾਂ ਤੋਂ ਹੌਲਦਾਰ ਨੂੰ ਤੇ ਥਾਣੇਦਾਰ ਨੂੰ ਫੋਨ ਕਰਾਉਣ ਲਈ ਨਹੀਂ ਹੈ। ਇਹਨਾਂ ਦਾ ਕੰਮ ਦੇਸ਼ ਦੇ ਲਈ ਪਾਲਿਸੀ ਬਣਾਉਣਾ ਵਾ, ਤੇ ਦੇਸ਼ ਨੂੰ ਕਿਹੜੇ ਬੰਨੇ ਲੈ ਕੇ ਜਾਣਾ, ਉਹਦੇ ਲਈ ਤੇ ਕਿਸੇ ਨੇ ਕੰਮ ਨਹੀਂ ਕੀਤਾ। ਕੇਵਲ ਤੇ ਕੇਵਲ ਇਹ ਸੀਗਾ ਕਿ ਜਿਹੜਾ ਸੈਸ਼ਨ ਆ ਉਹਨੂੰ ਉਲਝਾਉਣਾ ਕਿੱਦਾਂ, ਸੈਸ਼ਨ ਨੂੰ ਜਿਹੜਾ ਉਲਝਾ ਕੇ ਆਪੋ ਆਪਣਾ ਟਾਈਮ ਸਾਰਿਆ, ਉਹ ਤੋਂ ਗਾ ਵਧਿਆ ਹੀ ਕੋਈ ਨਹੀਂ। ਰਹਿ ਗਈ ਗੱਲ ਆਪੋਜੀਸ਼ਨ ਦੀ, ਤੁਸੀਂ ਕੀਤੀ ਆ। ਦੇਖੋ ਆਪੋਜੀਸ਼ਨ ਨੂੰ ਇਸ ਤੋਂ ਵੱਡਾ ਮੌਕਾ ਕਦੀ ਵੀ ਨਹੀਂ ਮਿਲਣਾ ਕਿ ਕਿਸਾਨੀ ਅੰਦੋਲਨ ਦੀ ਬਦੌਲਤ ਸੱਤਾਧਾਰੀ ਧਿਰ ਜਿਹੜੀ ਆ ਉਹ ਹਾਸ਼ੀਏ ਤੇ ਜਾਂਦੀ ਦਿਖਾਈ ਦੇ ਰਹੀ ਹੈ। ਜੇ ਇਸ ਮੌਕੇ ਨੂੰ ਵਿਰੋਧੀ ਧਿਰ ਨੇ ਨਾ ਸਾਂਭਿਆ ਤਾਂ ਫਿਰ ਹੋਰ ਮੌਕਾ ਵੀ ਨਹੀਂ ਆਉਣਾ। ਜਦੋਂ ਅੰਨਾ ਪੱਕੇ ਹੀ ਹੈ 5-10 ਸਾਲ ਤਾਂ ਫਿਰ ਇਹਨਾਂ ਦੇ ਪੱਕੇ ਹੀ ਨੇ, ਅਗਲੇ ਟਰਮ ਵੀ ਕੱਢ ਸਕਣਗੇ, ਕਿਉਂਕਿ ਦੁਬਾਰਾ ਮੁੜ ਕੇ ਕਿਸੇ ਧਿਰ ਦਾ ਉੱਠਣਾ ਬਹੁਤ ਮੁਸ਼ਕਿਲ ਹੋ ਜਾਣਾ ਜੇ ਐਡੀ ਐਜੀਟੇਸ਼ਨ ਨੂੰ ਵੀ ਕੋਈ ਸਿਆਸੀ ਸੱਤਾ ਜਿਹੜੀ ਹੈ ਬਦਲਾ ਨਾ ਸਕੀ।
एडी वड्डी गुस्ताखी नूं जो बीजेपी ने की है कानूनां दी, तां फिर ते 5-10 साल 15 साल पक्का बीजेपी का राज रहेगा जी। तुसीं देखो कि गुजरात दे विच किन्ना लंबा समा हो गया बीजेपी नूं चलदिआं। ਉਹਦਾ ਕਾਰਨ ਕੀ ਸੀ? नरेंद्र मोदी पहला गया साल एक लाया, दूसरी बार बड़े आराम नाल उन्हें 5 साल कट्टे सी। 5 साल कट्टण तो बाद उन्हें हाशिए ते चले जाना सी। कांग्रेस बड़े आराम नाल उत्थे सरकार बना रही सी। सिर्फ सोनिया गांधी की एक गलती सी, एक रैली दे विच जाके मौत दा सदागर कहता। वो मौत दा सदागर नूं इस तरीके दे नाल बीजेपी बना गई कि बस ओहदे तो पासा पलट के रख दिता। जे किते उस दिन मौत दा सदागर ना कहा जांदा, उस वेले किसी दी सलाह लै ली जांदी ते किते ना किते थोड़ी जी जुबान ते कंट्रोल रख लिया जांदा ते शायद वो प्रधानमंत्री की कुर्सी तक भी ना पहुंच पाउंदा। सिर्फ एक गलती सी जिन्हें पूरे दा पूरा सिनेरियो जिहड़ा सी गुजरात दा चेंज करके रख दिता ते उन्हें मौत दे सदागर नूं इस तरीके नाल बनाता कि पूरे दे पूरे गुजरात ने जिहड़ी सी कांग्रेस द्वारा हाशिए ते तक दिता। इस करके हुण जिहड़ी आपोजिशन है, जे आपोजिशन हुण नहीं बनाएगी तो कदों बनाएगी? क्योंकि एडी तकड़ी एजीटेशन वो भी पीसफुल हो के ते ओने सरकार दियां बरूहां हिला दित्तियां। तुसीं किसे नाल गल करो, दो गल्लां हमेशा हर जगह ते चलदियां ने। किसानां च दो लीडर आंदे, एक बलवीर सिंह राजेवाल दी चलदी आ कि चाहे जिहड़ा पब्लिक विप जारी कीता संयुक्त किसान मोर्चे ने कीता, पर लोग सारे ਉਹਦੇ ਪਿੱਛੇ ਬਲਵੀਰ ਸਿੰਘ ਰਾਜੇਵਾਲ ਨੂੰ ਮੰਨ ਰਹੇ ਨੇ ਕਿ ਬਲਵੀਰ ਸਿੰਘ ਰਾਜੇਵਾਲ ਨੇ ਕਰਾਇਆ। ਜਿੱਥੇ ਗੱਲ ਕਰੋ ਬਲਵੀਰ ਸਿੰਘ ਰਾਜੇਵਾਲ ਦੀ ਚੱਲਦੀ ਆ ਕਿ ਸਾਰਾ ਕੁਝ ਬਲਵੀਰ ਸਿੰਘ ਰਾਜੇਵਾਲ ਦੀ ਦੇਣ ਸੀ ਕਿ ਉਹਨੇ ਪੂਰੀ ਦੀ ਪੂਰੀ ਸੱਤਾਧਾਰੀ ਧਿਰ ਜਿਹੜੀ ਉਹਨੂੰ ਕਟਹਿਰੇ 'ਚ ਖੜਾ ਕਰ ਦਿੱਤਾ ਤੇ ਜਿਹੜੀ ਆਪੋਜੀਸ਼ਨ ਸੀ ਉਹਨੂੰ ਲਾਈਨ 'ਚ ਖੜਾ ਕਰ ਦਿੱਤਾ। ਉਹਨਾਂ ਤੇ ਆਉਂਦਾ। ਤੇ ਦੂਸਰਾ ਰਕੇਸ਼ ਟਕੈਤ ਦੀ ਜਿਹੜੀ ਜਟਕਾ ਭਾਸ਼ਾ ਯਾਨੀ ਕਿ ਜੱਟ ਵਾਲੀ ਭਾਸ਼ਾ, ਉਸ ਭਾਸ਼ਾ ਦੇ ਵਿੱਚ ਉਹ ਜਿਸ ਤਰ੍ਹਾਂ ਨੈਸ਼ਨਲ ਚੈਨਲਾਂ ਤੇ ਜਾ ਕੇ ਸੱਤਾਧਾਰੀ ਧਿਰ ਨੂੰ ਘੇਰਦਾ, ਉਹਦੀ ਚਰਚਾ ਜਿਹੜੀ ਉਹ ਬੜੇ ਵੱਡੇ ਲੈਵਲ ਤੇ ਹੋ ਰਹੀ ਹੈ। ਤੇ ਜੇ ਦੋ ਚਰਚਾ ਜਿਹੜੀਆਂ ਹੋ ਰਹੀਆਂ ਨੇ ਇਹਨੂੰ ਆਪੋਜੀਸ਼ਨ ਜਿਹੜੀ ਆ ਉਹ ਨਾ ਕੈਚ ਕਰ ਸਕੀ ਤੇ ਫਿਰ ਆਪੋਜੀਸ਼ਨ ਵੀ ਲੰਬਾ ਸਮਾਂ ਜਿਹੜੀ ਉਹ ਲੱਭੇਗੀ ਨਹੀਂ। ਫਿਰ ਇਹ 50 ਤੇ ਜਿਹੜੀ 40 ਤੇ ਸਿਮਟਦੀ ਆ, ਇਸ ਤੋਂ ਵੀ ਗ੍ਰਾਫ ਨੀਚੇ ਆ ਕੇ ਜਿਹੜਾ ਗਿਰ ਜਾਏਗਾ। ਜਿਹੜਾ ਉਹ ਫਿਰ ਕਾਂਗਰਸ ਭਾਰਤ ਮੁਕਤ ਦੀ ਗੱਲ ਕਰ ਰਿਹਾ, ਫਿਰ ਵਾਕਈ ਸਾਰਾ ਕੁਝ ਮੁਕਤ ਹੋਏਗਾ। ਜੇ ਬਚਾਉਣਾ ਤੇ ਬਚਣਾ ਤੇ ਫਿਰ ਕਿਤੇ ਨਾ ਕਿਤੇ ਆ ਕੇ ਜਿਹੜਾ ਇਹ ਉੱਠਣਾ ਪਏਗਾ, ਉੱਠ ਕੇ ਬਾਹਰ ਨਿਕਲਣਾ ਪਏਗਾ ਤੇ ਹਮੇਸ਼ਾ ਲੜਾਈ ਲੜਨੀ ਪਏਗੀ। ਲੜਾਈ ਲੜੇ ਤੋਂ ਬਗੈਰ ਕੁਝ ਵੀ ਹਾਸਲ ਜਿਹੜਾ ਉਹ ਨਹੀਂ ਹੋਣਾ। ਜੀ ਸੁਰਿੰਦਰ, ਕਿਸਾਨੀ ਅੰਦੋਲਨ ਤੇ ਚੱਲ ਰਿਹਾ ਕੰਮ ਧੜਾ ਧੜ ਹੈ ਨਾ ਜੀ। ਤੇ ਉਧਰ ਥੋੜੀ ਅਪਡੇਟ ਦੇ ਦਈਏ, ਨਿਰਮਲਾ ਸੀਤਾਰਮਨ घर दी लाणेदार नहीं है जी, कैश बीबी कोल ही हुंदा, वित्त मंत्री है। कहंदी सस्ता नहीं होवेगा डीजल ते पेट्रोल ते एक्साइज ड्यूटी घट नहीं कर सकते, महंगे फ्यूल दे लई यूपीए सरकार जिम्मेवार। सो कहंदी असीं एक्साइज ड्यूटी नहीं घटा सकते जिहड़ा सानूं महंगा तेल मिल रहा। इस दौरान जिहड़ी यूपीए सरकार ने, मनमोहन सिंह सरकार ने 2005 तो 2009 के दरमियान जिहड़े ऑयल बांड लए सीगे, सो इस करके इहदे लई भी जिहड़ी है कांग्रेस जिम्मेवार है जिहड़ा इह सानूं महंगा तेल पै रहा। ते इस दौरान क्योंकि तमिलनाडु सरकार की तरफों 1 रुपया लीटर पेट्रोल की कीमत दे विच जिहड़ा हैगा सी ते 3 रुपए घटाउण दी गल करने दे बारे पूछा गया सीगा कि घट किया जाए। कहंदी तेल हरगिज़ सस्ता नहीं होएगा। इन्ना कुछ होने के बावजूद जिहड़ा ये बयान है तो फिर लांभू लगेगा, खास करके पूरे भारत दे विच कि वो दावे नाल कह रही है कि ये भाई लोगों ने थोड़ी समझना, जे उन्हां दे बनाए हुए कानून, उन्हां दा बनाया हुआ धर्म निरपक्ष संविधान तुसीं बदल रहे हो, होर बड़ा कुछ तब्दील कर रहे हो। जे बॉन्ड कांग्रेस ने भारी दिते पुराने, तो फिर तुसीं बॉन्ड क्यों नहीं तोड़ सकते? तुसीं अपने तौर पर जिहड़ा कानून सूबिया ने बनाना वो तोड़ के कानून तुसीं सारा कुछ कर रहे हो। आर्मी दे 3 केडर अलग अलग इक्को व्यक्ति दे अंडर कर रहे हो, होर बड़ियां तब्दीलियां कर रहे हो। फिर यूपीए सरकार दा 2005 तो 19 दा जिहड़ा बॉन्ड है ऑयल बॉन्ड, ਉਹਦਾ बहाना लैके क्यों ठीक कराउणा सिर भन रहे हो? उन्होंने गलत किया तो तुसीं खत्म करके करो सस्ता। कहंदे जी तेल नहीं सस्ता होएगा, ये तो मनमोहन सिंह ते सोनीया महंगा कर गए ने, इस करके असीं सस्ता नहीं करांगे। ये बयान जदों नशर होने आ कल नूं ते फिर ਇਹਦਾ मतलब होर लांभू लगेगा आपोजिशन ਨੂੰ, खास करके किसानां ਨੂੰ, क्योंकि पंजाब 'ਚ जिन्ना डीजल वरतिया जांदा है ਉਹਦਾ 50% डीजल खेती 'ਚ ਵਰਤਿਆ ਜਾਂਦਾ। ਤੁਸੀਂ ਵੇਖੋ सबसिडी होने के बावजूद जे ये सबसिडी वाला कानून आ जाता फिर तो 75% डीजल पंजाब का खेती लिए वरत्या जाएगा, तो किवें अफोर्ड करनगे लोकी जी।
ਦੇਖੋ ਇਹ ਨਾ ਅਜੇ ਸਰੋਂ ਦਾ ਤੇਲ 200 ਰੁਪਏ ਹੋਇਆ ਸੀ ਤੇ 100 ਰੁਪਏ ਹੋਇਆ ਸੀਗਾ ਪੈਟਰੋਲ ਦਾ। ਹੁਣ ਇਹਦੇ ਗਾਂ ਦੋ ਨੋਟ ਹੋਰ ਇਹਨਾਂ ਕੱਢੇ ਹੋਏ ਆ, ਇੱਕ 500 ਵਾਲਾ ਇੱਕ 2000 ਵਾਲਾ। ਇਸ ਕਰਕੇ ਪੈਟਰੋਲ 200 ਨੂੰ ਜਾਣਾ ਤੇ ਜਿਹੜਾ ਆਪਣਾ ਸੌਰੀ ਉਹਦੇ ਵਾਲਾ ਪੈਟਰੋਲ ਜਾਣਾ 500 ਨੂੰ ਤੇ ਜਿਹੜਾ ਸਰੋਂ ਦਾ ਤੇਲ ਆ ਉਹ ਜਾਣਾ 2000 ਨੂੰ। ਉਹ ਦੋ ਨੋਟ ਇਹਨਾਂ ਨੇ ਇਸੇ ਕਰਕੇ ਬਣਾਏ ਸੀਗੇ। ਯਾਨੀ ਕਿ ਮੋਦੀ ਪਹਿਲਾਂ ਹੀ ਸੋਚ ਲੈਂਦਾ ਵੀ ਅਗਲੇ 5-7 ਸਾਲਾਂ 'ਚ ਕੀ ਕੁਝ ਕਰਨਾ। ਲੰਬੀ ਪਲਾਨਿੰਗ ਲੈ ਕੇ ਚੱਲਦੇ, ਜਿੱਦਾਂ ਇੰਦਰਾ ਗਾਂਧੀ ਦੇ ਟਾਈਮ 'ਚ ਹੁੰਦਾ ਸੀ 20 ਨਕਾਤੀ ਪ੍ਰੋਗਰਾਮ, ਫਿਰ ਕਹਿੰਦੇ 5 ਹੋਰ, ਕਹਿੰਦੇ 5 ਕੀ ਦਾ, ਕਹਿੰਦੇ ਸੰਜੇ ਦਾ, ਕਹਿੰਦੇ 25 ਹੋ ਗਿਆ ਹੋਰ। ਜਦੋਂ ਰਾਜੀਵ ਗਾਂਧੀ ਲੈ ਆਂਦਾ ਫਿਰ 5 ਹੋਰ ਲੈ ਆਂਦਾ। ਸੰਜੇ ਗਾਂਧੀ ਦੁਨੀਆ 'ਚ ਨਹੀਂ ਰਿਹਾ, 25 ਦਾ ਫਿਰ 30 ਨਕਾਤੀ ਕਰ ਦਿੱਤਾ। ਲੋਕ ਦੇਖੀ ਜਾਣ, ਜਿਹੜਾ ਦੁਨੀਆ 'ਚ ਨਹੀਂ ਰਿਹਾ ਉਹਦੇ ਵਾਲਾ ਵੀ 5 ਨਕਾਤੀ ਵਿੱਚੇ ਠੋਕੀ ਬੈਠੇ ਆ। ਠੀਕ ਹੈ ਨਾ, ਮਤਲਬ ਹਰ ਇੱਕ ਨਵੇਂ ਤੋਂ ਨਵਾਂ ਏਜੰਡਾ ਲੈ ਆਉਂਦੇ ਸੀ। ਇਸ ਕਰਕੇ ਇਹਨਾਂ ਨੇ ਨਹੀਂ ਸੁਧਰਨਾ। ਇਹ ਅਜੇ ਨਾ ਉਹ ਗਲਤ ਫਹਿਮੀਆਂ 'ਚ ਫਿਰਦੇ ਆ। ਕੁਝ ਇਹਨਾਂ ਨੂੰ ਇਹ ਆ ਕਿ ਜਿੰਨੀ ਦੇਰ ਤੱਕ ਰਾਜ ਭੋਗਿਆ ਜਾ ਸਕਦਾ ਭੋਗ ਲਓ ਤੇ ਉੱਥੇ ਜੋ ਇਕੱਠਾ ਕੀਤਾ ਜਾ ਸਕਦਾ ਕਰ ਲਓ। ਇਹਨਾਂ ਨੂੰ ਸਿਕੰਦਰ ਦਾ ਨਹੀਂ ਯਾਦ ਕਿ ਸਿਕੰਦਰ ਜਿਹੜਾ ਸੀ ਉਹ ਕਿੱਦਾਂ ਗਿਆ ਸੀਗਾ ਤੇ ਕਿਸ ਤਰੀਕੇ ਨਾਲ ਉਹਨੇ ਦੁਨੀਆ ਨੂੰ ਜਿਹੜਾ ਉਹ ਛੱਡਿਆ ਸੀ। ਇਹਨਾਂ ਨੂੰ ਉਹ ਨਹੀਂ ਯਾਦ। ਇਹਨਾਂ ਨੂੰ ਸਿਰਫ ਇਹ ਯਾਦ ਆ ਕਿ ਜੋ ਕੁਝ ਇਕੱਠਾ ਹੁੰਦਾ ਉਹ ਇਕੱਠਾ ਕਰ ਲਓ। ਸ਼ਾਇਦ ਇਕੱਠਾ ਕਰ ਲਿਆ, ਪਤਾ ਨਹੀਂ ਨਾਲ ਹੀ ਪੰਡਾ ਬੰਨ ਕੇ ਲੈ ਜਾਾਂਗੇ। ਇਹ ਉਸ ਕਵੈਤ ਦੇ ਵਿੱਚ ਉਤਰੇ ਹੋਏ ਆ, ਪਰ ਗਲਤ ਫਹਿਮੀਆਂ 'ਚ ਫਿਰਦੇ ਆ। ਜਦੋਂ ਸੱਤਾ ਤਬਦੀਲੀ ਆਈ ਪਤਾ ਨਹੀਂ ਲੱਗਣਾ। ਅਫਗਾਨਿਸਤਾਨ ਵੱਲ ਦੇਖ ਲੈਣ, ਕਿਸੇ ਨੇ ਸੋਚਿਆ ਨਹੀਂ ਸੀ ਕਿ ਅਮਰੀਕਾ ਵੀ ਉੱਥੇ ਗੋਡੇ ਟੇਕ ਕੇ ਭੱਜੇਗਾ। ਅੱਜ ਜੋ ਮਰਜ਼ੀ ਕਹੀ ਜਾਣ, ਚਾਹੇ ਜੋ ਬਾਈਡਨ ਨੂੰ ਕਹੀ ਜਾਣ, ਪਰ ਉੱਥੇ ਇਹ ਸੀਗਾ ਕਿ ਸਮਝੌਤਾ ਕੌਣ ਕਰਕੇ ਬਾਹਰ ਨਿਕਲਿਆ ਸੀਗਾ। ਠੀਕ ਹੈ ਨਾ, ਜਿਨ੍ਹਾਂ ਨੇ ਸੱਤਾ ਪਿੱਛੇ ਹਾਰੀ ਆ ਸਾਲ ਪਹਿਲਾਂ, ਉਹਨਾਂ ਨੇ ਸਮਝੌਤਾ ਕੀਤਾ ਸੀ ਨਾ ਵੀ ਅਸੀਂ ਦੇਸ਼ ਤੁਹਾਡਾ ਛੱਡ ਜਾਾਂਗੇ, ਤੁਸੀਂ ਸਾਡੇ ਤੇ ਨਾ ਹਮਲਾ ਕਰੋ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਤੇ ਜਦੋਂ ਤੁਸੀਂ ਨਿਕਲਣ ਲੱਗੇ ਹੋ ਤੇ ਫਿਰ ਇਹੀ ਕੁਝ ਹੋਣਾ ਸੀਗਾ। ਇਸ ਕਰਕੇ ਸੱਤਾ ਜਿਹੜੀ ਆ, ਸੱਤਾ ਤਬਦੀਲੀ ਦਾ ਪਤਾ ਨਹੀਂ ਹੁੰਦਾ। ਇੱਥੇ ਲੋਕ ਸੱਤੇ ਪਏ ਆ, ਲੋਕ ਤਪੇ ਪਏ ਆ, ਕੋਈ ਪਤਾ ਨਹੀਂ ਤਬਦੀਲੀ ਜਿਹੜੀ ਉਹ ਕਿੱਧਰੋਂ ਕਿੱਧਰ ਨੂੰ ਨਿਕਲ ਜਾਣੀ ਆ। ਮਤ ਸੋਚੋ ਕਿ 2024 ਵਾਲੀ ਆਉਣੀ ਆ। ਇੱਥੇ ਕਿਤੇ ਆਰਮੀ ਬੈਠੀ, ਆਰਮੀ ਦੁਖੀ ਹੋਈ ਬੈਠੀ, ਕਿਤੇ ਇਹ ਨਹੀਂ ਪਤਾ ਕਿ ਆਰਮੀ ਉਹ ਸ਼ਾਮ ਨੂੰ ਇਕੱਠੇ ਕਰਕੇ ਬਿਠਾ ਲਓ ਵੀ ਬਹਿ ਜਾਓ ਇੱਥੇ, ਭਾਈ ਇਸ ਖੁੱਡੇ 'ਚ ਤੁਹਾਨੂੰ ਲੱਗੇ ਬੰਦ ਕਰਨ। ਇਹ ਕੋਈ ਨਹੀਂ ਸਮੇਂ ਦਾ ਪਤਾ ਹੁੰਦਾ, ਸਮਾਂ ਕਿਸੇ ਨੇ ਨਹੀਂ ਦੇਖਿਆ ਅੱਜ ਤੱਕ। ਇਸ ਕਰਕੇ ਗਲਤਫਹਿਮੀ 'ਚ ਤੁਰ ਰਹੇ ਆ। ਇਹ ਗਲਤਫਹਿਮੀ ਕਈ ਵਾਰੀ ਪਾਰਟੀ ਦਾ, ਦੇਸ਼ ਦਾ ਤੇ ਸੱਤਾਧਾਰੀ ਧਿਰ ਦਾ ਖਾਸ ਕਰਕੇ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਕਰ ਜਾਂਦੀ ਹੁੰਦੀ ਹੈ। ਜੀ ਸੁਰਿੰਦਰ, ਬਹੁਤ ਬਹੁਤ ਧੰਨਵਾਦ। ਸ਼ਾਮੀ ਹੁੰਦੀ ਮੁਲਾਕਾਤ ਨਾ ਸਵੇਰੇ ਹੁੰਦੀ ਮੁਲਾਕਾਤ ਫਿਰ 6 ਵਜੇ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਿਹਰਬਾਨੀ, ਸ਼ੁਕਰੀਆ। ਮਿਹਰਬਾਨੀ ਜੀ। ਸੋ ਇਸ ਤਰ੍ਹਾਂ ਰਾਜਨੀਤਿਕ ਮਾਮਲਿਆਂ ਦੇ ਮਾਹਰ ਵਕਾਲਤ ਨਾਲ ਵਾਬਸਤਾ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜੇ ਸੀ। ਸਾਡੇ ਨਾਲ ਬ੍ਰਹਮਾ ਨੂੰ ਸਪੋਰਟ ਕੀਤਾ ਹੈ ਵਾਸ਼ਿੰਗਟਨ ਫੀਡ ਸਰਵਿਸ ਵਾਲਿਆਂ ਨੇ। ਤੁਸੀਂ ਓਨਰ ਪੇਟਰੋ ਡਰਾਈਵਰ ਹੋ, ਸੈਟਲ ਇਲਾਕੇ ਦੇ ਲੋਕਲ ਲੋਡ ਚਾਹੁੰਦੇ ਹੋ, ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਸੰਪਰਕ ਕਰੋ ਜਗਦੇਵ ਸਿੰਘ ਸੰਧੂ ਹੋਰਾਂ ਨੂੰ 253 266 6924 ਤੇ। ਗੁਰਵਿੰਦਰ ਸਿੰਘ ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 206354 4060 ਨੰਬਰ ਹੈ ਗੈਰੀ ਧਾਲੀਵਾਲ ਦਾ। ਜਗਦੇਵ ਸੰਧੂ ਦਾ ਨੰਬਰ ਹੈ 253 266 6924। ਸੈਟਲ ਇਲਾਕੇ ਦੇ ਵਾਧੂ ਲੋਡ ਤੁਹਾਨੂੰ ਮਿਲਣਗੇ ਲੰਮੇ ਰੂਟਾਂ ਤੇ ਜਾਣ ਤੋਂ। ਜੇ ਅਕਤਾਇਓ ਸੰਪਰਕ ਕਰੋ ਵਾਸ਼ਿੰਗਟਨ ਫੀਡ ਸਰਵਿਸ ਵਾਲਿਆਂ ਨਾਲ। ਇਸੇ ਤਰ੍ਹਾਂ ਬਲਵੀਰ ਸਿੰਘ ਸਮਾਨਪੁਰ ਪਰਿਵਾਰ ਹੈ, ਅਮਰੀਕਾ 'ਚ ਕਈ ਕਾਰੋਬਾਰ ਹੈ ਇਹਨਾਂ ਦੇ। ਵਾਸ਼ਿੰਗਟਨ ਦੇ ਵਿੱਚ ਹੈ ਆਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇੱਥੇ ਫ੍ਰੀ ਕਾਫੀ, ਈਮੇਲ, ਫੈਕਸ ਤੇ ਟਰੱਕ ਪਾਰਕਿੰਗ ਮਿਲੇਗੀ। ਟਰੱਕਾਂ ਦਾ ਸਮਾਨ ਸਮੱਗਰੀ ਖਰੀਦ ਸਕਦੇ ਹੋ। ਆਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208। ਦੂਜੀ ਲੋਕੇਸ਼ਨ ਹੈ ਕੈਲੀਫੋਰਨੀਆ ਦੀ ਲੌਸਟਿਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ ਲੌਸਟਿਲ ਐਗਜ਼ਿਟ 278। ਇੱਥੇ ਫ੍ਰੀ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ ਤੇ ਨਾਲ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਾਦਾ ਉਪਯੋਗ ਕਰੋ। ਲੌਸਟਿਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ ਲੌਸਟਿਲ ਐਗਜ਼ਿਟ 278। ਇਸ ਤੋਂ ਇਲਾਵਾ ਇਸ ਪਰਿਵਾਰ ਦਾ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕਾਰੋਬਾਰ ਹੈ। ਸੋ ਗੈਸ ਸਟੇਸ਼ਨ ਓਨਰ ਆਪਰੇਟਰ ਵੀ ਇਹਨਾਂ ਤੋਂ ਫਿਊਲ ਫਰੈਂਚਾਈਜ਼ ਲੈ ਸਕਦੇ ਨੇ। ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਵੀ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਹੈ 425 232 8413 425 232 8413। ਇਸੇ ਤਰ੍ਹਾਂ ਬਾਈ ਜੀ ਸੁਖੀ ਘੁੰਮਣ ਹੋਰਾਂ ਦਾ ਅਦਾਰਾ ਹੈ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਨਾਲ ਬਣਿਆ ਹੋਇਆ ਇੰਡੀਅਨ ਰੈਸਟੋਰੈਂਟ 2201 100 ਯੂਨੀਅਨ ਐਵਨਿਊ ਬੇਕਰਸਫੀਲਡ ਕੈਲੀਫੋਰਨੀਆ। ਜਿਪ ਕੋਡ 93307।
ਇੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਤੇ ਇੱਥੇ ਨਾਲ ਹੁਣ ਬਣਿਆ ਹੋਇਆ ਇੰਡੀਅਨ ਰੈਸਟੋਰੈਂਟ, ਜਿੱਥੇ ਤੁਸੀਂ ਦੇਸੀ ਘਿਓ ਦੇ ਪਰੌਂਠੇ ਦਹੀਂ ਨਾਲ ਛਕੋ। ਇਹਨਾਂ ਦੀ ਵਿਸ਼ੇਸ਼ਤਾ ਇਸ ਤੋਂ ਇਲਾਵਾ ਹੋਰ ਭਾਰਤੀ ਵਿਦੇਸ਼ੀ ਖਾਣੇ ਵੀ ਖਾ ਸਕਦੇ ਹੋ। ਟਰੱਕ ਤੋਂ ਆ ਸਕਦੇ ਹੋ, ਡੀਜ਼ਲ ਪਵਾ ਸਕਦੇ ਹੋ। ਰੋਡਵੇਜ਼ ਟਰਾਂਸਪੋਰਟ ਵਾਲੇ ਸੁੱਖੀ ਘੁੰਮਣ ਹੋਰਾਂ ਦਾ ਨੰਬਰ ਹੈ 6613047500 661 304 7500। ਅੰਟਾਰੀਓ ਪ੍ਰੋਵਿੰਸ ਦੇ ਵਿੱਚ ਨਵੇਂ ਆਇਓ, ਕੈਨੇਡਾ ਨਵੇਂ ਆਇਓ ਤੇ ਤੁਹਾਡੀ ਰਿਨਿਊਵਲ ਹੋਣ ਵਾਲੀ ਹੈ ਜਾਂ ਡਰਾਈਵਿੰਗ ਦੇ ਵਿੱਚੋਂ, ਸੋ ਹੋਮ ਅਤੇ ਆਟੋ ਇੰਸ਼ੋਰੈਂਸ ਲਈ ਹਮੇਸ਼ਾ ਯਾਦ ਰੱਖੋ ਟੋਰਾਂਟੋ ਵਸਦੇ ਪੈਣ ਵਾਲੀ ਮਨਦੀਪ ਕੌਰ ਦਾ ਨੰਬਰ ਹੈ 647 615 5000 647 615 5000। ਹੋਮ ਅਤੇ ਆਟੋ ਇੰਸ਼ੋਰੈਂਸ ਲਈ ਹਮੇਸ਼ਾ ਯਾਦ ਰੱਖੋ। ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਕੰਮ ਕਰਨ ਦੇ ਤਜਰਬੇ ਯਾਫਤਾ ਸਾਥ ਤਰਸੇਮ ਸਿੰਘ ਗਿੱਲ, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ ਤੇ ਕੋਈ ਇਮੀਗ੍ਰੇਸ਼ਨ ਦਾ ਕੰਮ ਹੈ, ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਅਪਲਾਈ ਕਰਨਾ, ਤਾਂ ਤੁਸੀਂ ਸੇਵਾਵਾਂ ਲੈ ਸਕਦੇ ਹੋ ਤਰਸੇਮ ਸਿੰਘ ਗਿੱਲ CPA ਦੀਆਂ, ਜੋ ਕਿ ਨਿਊ ਜਰਸੀ ਦੇ ਲਾਗੇ ਈਸਟਰਨ ਸਿਟੀ ਪੈਨਸਿਲਵੇਨੀਆ ਦੇ ਵਿੱਚ ਵਸਦੇ ਨੇ ਤੇ ਇਹਨਾਂ ਦਾ ਨੰਬਰ ਹੈ 484 764 9861 484 764 9861 ਨੰਬਰ ਹੈ CPA ਤਰਸੇਮ ਸਿੰਘ ਗਿੱਲ ਹੋਰਾਂ ਦਾ। ਸਾਡੇ ਪ੍ਰੋਗਰਾਮਾਂ ਦੀ ਰੂਪਰੇਖਾ ਕਿ ਭਾਰਤੀ ਸਮਾਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ 'ਚ ਆਪਾਂ ਲਾਈਵ ਹੁੰਦੇ ਹਾਂ। ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜਦੇ ਨੇ। ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਾਡੀ ਵੈਬਸਾਈਟ tiwanaradio.com ਦੇ ਜ਼ਰੀਏ ਸੁਣ ਸਕਦੇ ਹੋ, ਜਿੱਥੇ ਤੁਹਾਨੂੰ ਸਾਡੀਆਂ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ। ਟਿਵਾਣਾ ਰੇਡੀਓ ਦਾ ਫੇਸਬੁੱਕ, YouTube ਪੇਜ ਮਿਲੇਗਾ। ਲਾਈਕ, ਸਬਸਕ੍ਰਾਈਬ, ਬੈਲ ਆਈਕਨ ਦਬਾਵੋ ਤੇ ਇਸ ਪ੍ਰੋਗਰਾਮ ਦੇ ਲਿੰਕ ਤੁਸੀਂ WhatsApp ਦੇ ਜ਼ਰੀਏ ਮੰਗਾਉਣੇ ਨੇ ਤਾਂ ਫਿਰ ਸਾਡਾ ਨੰਬਰ ਉਹੀ ਹੈ ਜਿਸ ਤੇ ਤੁਸੀਂ ਸਟੂਡੀਓ 'ਚ ਕਾਲ ਕਰਦੇ ਹੋ ਤੇ ਉਹ ਨੰਬਰ ਹੈ 9876309655 9876309655 9876309655। ਇਸ ਨੰਬਰ ਤੇ ਕਾਲ ਕਰਕੇ ਇੱਥੇ ਤੁਸੀਂ WhatsApp ਦੇ ਜ਼ਰੀਏ ਇਹ ਲਿੰਕ ਮੰਗਾ ਸਕਦੇ ਹੋ ਤੇ ਸਾਡੇ ਪ੍ਰੋਗਰਾਮਾਂ ਨੂੰ ਅਮਰੀਕਾ ਦੇ ਵਿੱਚ ਸੁਣਨਾ ਤਾਂ 667930926 ਨੰਬਰ ਤੇ ਕਾਲ ਆਪ ਜੀ ਕਰ ਸਕਦੇ ਹੋ। ਇੱਥੇ ਕਾਲ ਕਰਕੇ ਤੁਸੀਂ ਇਸ ਪ੍ਰੋਗਰਾਮ ਨੂੰ ਲਾਈਵ ਸੁਣ ਸਕਦੇ ਹੋ ਜਾਂ ਵੈਬਸਾਈਟ ਤੇ ਜਿਹੜਾ ਵੀ ਪ੍ਰੋਗਰਾਮ ਚੱਲਦਾ ਹੈ ਉਹਨੂੰ ਕਾਲ ਟੂ ਲਿਸਨ ਨੰਬਰ ਦੇ ਜ਼ਰੀਏ ਸੁਣਿਆ ਜਾ ਸਕਦਾ ਹੈ। ਤੇ ਇਹ ਸਨ ਕੁਝ ਜ਼ਰੂਰੀ ਬੇਨਤੀਆਂ। ਸਾਡੇ ਸਬਸਕ੍ਰਾਈਬਰ ਸਾਹਿਬ ਜਿਹੜੇ ਨੇ ਜਿਨ੍ਹਾਂ ਨੇ $20 ਮੰਥਲੀ ਜਾਂ ਵੱਧ ਘੱਟ ਦਿੱਤੇ ਨੇ ਉਹਨਾਂ ਦਾ ਸਵੇਰ ਦੇ ਪ੍ਰੋਗਰਾਮ 'ਚ ਜ਼ਿਕਰ ਕਰਾਂਗੇ, ਇਸ ਮਹੀਨੇ ਦੇ ਵੀ ਤੇ ਪਿਛਲਿਆਂ ਦਾ ਵੀ। ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋ ਤਾਂ $20 ਮੰਥਲੀ ਸਬਸਕ੍ਰਿਪਸ਼ਨ ਨਾਲ ਲੈ ਸਕਦੇ ਹੋ ਤੇ ਇਸ ਤੋਂ ਇਲਾਵਾ ਕੋਈ ਸਪਾਂਸਰ ਪ੍ਰੋਗਰਾਮ ਕਰਾਉਣਾ ਚਾਹੁੰਦੇ ਹੋ ਤਾਂ ਬੜੇ ਨੋਮੀਨਲ ਰੇਟ ਨੇ ਸਾਡੇ, ਕਿਉਂਕਿ ਇਹ ਅਦਾਰਾ ਕੋਈ ਵੀ ਹੈ ਸਪਾਂਸਰ ਦੇ ਸਹਿਯੋਗ ਦੇ ਨਾਲ ਹੀ ਚੱਲਦਾ, ਉੱਥੋਂ ਹੀ ਖਰਚੇ ਕੰਪਲੀਟ ਹੁੰਦੇ ਨੇ ਤੇ ਸਪਾਂਸਰ ਤੁਸੀਂ ਕਰਾ ਸਕਦੇ ਹੋ। ਜਗਦੇਵ ਸਿੰਘ ਸਿੱਧੂ ਸਾਹਿਬ ਆਪਣੇ ਸਪਾਂਸਰ ਨੇ, ਵੱਡੇ ਸਪਾਂਸਰ ਨੇ ਕੈਲਗਰੀ ਤੋਂ, ਇਹਨਾਂ ਦਾ ਵੀ ਧੰਨਵਾਦ ਹੈ ਤੇ ਇਹਨਾਂ ਦੇ ਦੋਸਤ ਸੁਰਿੰਦਰ ਸਿੰਘ ਜੌਲ ਨੇ ਟੋਰਾਂਟੋ ਤੋਂ, ਦੋਨੇ ਦੋਸਤ ਨੇ ਇਕੱਠੇ ਡਬਲ ਸਪਾਂਸਰ ਕਰਦੇ ਆ, ਥੈਂਕ ਯੂ। ਤੇ ਕਰਨ ਸੋਮਲ ਸਾਹਿਬ YouTube ਤੇ ਜੁੜੇ ਨੇ, ਕਹਿੰਦੇ ਵਨ ਆਫ ਮਾਈ ਫਰੈਂਡ ਆਸਕ ਮੀ ਟੂ ਅਬਾਊਟ ਵੈਕਸੀਨੇਸ਼ਨ, ਆਈ ਰਿਪਲਾਈ ਟਵਾਈਸ ਅ ਵੀਕ। ਓਕੇ, ਥੈਂਕ ਯੂ। ਰਾਜੇਵਾਲ ਜੀ ਨੇ ਇੰਤਜ਼ਾਰ ਬਹੁਤ ਕੀਤਾ। ਦੁਪਿੰਦਰ ਸਿੰਘ ਲਿਖਦੇ ਨੇ ਕਰਨ ਸੋਮਲ ਸਾਹਿਬ ਸਿੰਘ ਜੀ, ਰਵਿੰਦਰ ਜੋਸ਼ਨ ਸਾਹਿਬ, ਪਿਆਰਾ ਸਿੰਘ ਜੀ ਥੈਂਕ ਯੂ, ਜਗਦੇਵ ਸਿੰਘ ਥੈਂਕ ਯੂ, ਹਰਜੀਤ ਲਟ, ਮਨਦੀਪ ਸਿੰਘ, ਅਮਰਦੀਪ ਸਿੰਘ ਤੱਗੜ, ਰਵਿੰਦਰ ਸਿੰਘ ਪੱਪੂ ਪੜੋ ਤੋਂ, ਪਾਖਰ ਸਿੰਘ ਬਾਈ ਜੀ ਕਹਿੰਦੇ ਸਾਡੇ ਪਿੰਡ ਵੀ ਇੱਕ ਦਰਵਾਜ਼ਾ ਪਿੰਡ ਦੇ ਵਿਚਕਾਰ ਹੈ, ਘੱਟੋ ਘੱਟ 8 ਪਿੱਪਲੀਆਂ ਵਾਲੀਆਂ ਸੱਥਾਂ ਨੇ ਜਿੱਥੇ ਅੱਜ ਵੀ ਲੋਕ ਜੁੜਦੇ ਨੇ, ਬਹੁਤ ਅੱਛੀ ਗੱਲ ਹੈ ਜੀ। ਤੇ ਦਲਵੀਰ ਸਿੰਘ ਰੰਧਾਵਾ ਵੀ ਕਹਿੰਦੇ ਸਾਡੇ ਪਿੰਡ ਜਸੜਾਂ 'ਚ ਵੀ ਕਈ ਦਰਵਾਜ਼ੇ ਨੇ। ਇਸੇ ਤਰ੍ਹਾਂ ਫੇਸਬੁੱਕ ਤੇ ਵੀ ਕਈ ਸੱਜਣਾਂ ਨੇ ਹਾਜ਼ਰੀ ਲਵਾਈ ਹੈ, ਜ਼ਿਕਰ ਉਹਨਾਂ ਦਾ ਵੀ ਕਰਾਂਗੇ ਕਿਉਂਕਿ ਵਿਰਾਸਤੀ ਥਾਵਾਂ ਨੇ, ਸਾਡੇ ਬਜ਼ੁਰਗਾਂ ਦੀਆਂ ਵਿਰਾਸਤਾਂ ਨੇ, ਸਾਂਭਣੀਆਂ ਚਾਹੀਦੀਆਂ ਜਿੱਥੋਂ ਤੱਕ ਹੋ ਸਕੇ, ਭਾਵੇਂ ਮੁਸ਼ਕਿਲ ਕਾਰਜ ਹੈ ਪਰ ਫਿਰ ਵੀ ਪਿੰਡ ਸਾਂਝੀਆਂ ਜਗ੍ਹਾਵਾਂ ਨੇ, ਸਤਿਕਾਰ ਕਰਨਾ ਬਣਦਾ। ਤੇ ਇਸੇ ਦੌਰਾਨ ਇਹ ਜਿਹੜਾ ਵਿਰਾਸਤੀ ਪ੍ਰੋਗਰਾਮ ਆਪਾਂ ਸ਼ਾਮ ਦੇ ਕਰੀਦਾ, ਤੁਹਾਡੇ ਇਲਾਕੇ ਦੀ ਕੋਈ ਖਾਸੀਅਤ ਹੋਵੇ, ਕੋਈ ਬਜ਼ੁਰਗ ਹੈ ਜਿਹਨੂੰ ਇਸ ਤਰ੍ਹਾਂ ਗੱਲਾਂ ਦਾ ਬਹੁਤ ਸਾਰਾ ਗਿਆਨ ਹੁੰਦਾ, ਜ਼ਰੂਰ ਉਹਨਾਂ ਨੂੰ ਨੰਬਰ ਦਿਆ ਕਰੋ ਸਾਡਾ ਜਾਂ ਸਾਨੂੰ ਉਹਨਾਂ ਦਾ ਨੰਬਰ ਦਿਆ ਕਰੋ
ਜਿਵੇਂ ਉਹਦੇ ਕੋਟਲੀ ਪਿੰਡ ਤੋਂ ਬੇਬੇ ਜੀ ਜਿਹੜੇ ਪਾਕਿਸਤਾਨ ਤੋਂ ਆਏ ਸਨ ਹੱਲਿਆਂ ਦੇ ਦੌਰਾਨ ਕੁਲਦੀਪ ਕੌਰ ਜੀ ਨੇ ਜ਼ਿਕਰ ਕੀਤਾ ਸੀ। ਸੋ ਉਹ ਸਾਂਝਾਂ ਨੇ ਹੋਣੀਆਂ ਚਾਹੀਦੀਆਂ ਨੇ। ਅਹਿਮਦਗੜ੍ਹ ਤੋਂ ਅਨਵਰ ਅੰਸਾਰੀ ਜੁੜੇ ਨੇ ਫੇਸਬੁੱਕ ਤੇ। ਜੋਰਾ ਸਿੰਘ ਸਿੱਧੂ, ਹਰਵਿੰਦਰ ਸਿੰਘ, ਭੈਣ ਹਰਵਿੰਦਰ ਜੌਲ, ਹਰਪਿੰਦਰ ਸਿੰਘ ਲੇਖਕ ਨੇ ਕਹਿੰਦੇ ਵੱਡਾ ਖਜ਼ਾਨਾ ਸੀਵੀਏ ਸਾਹਿਬ ਕੋਲ। ਦਲਵੀਰ ਸਿੰਘ ਰੰਧਾਵਾ ਕਹਿੰਦੇ ਸਾਡੇ ਪਿੰਡ ਜਸਟਾਂ 'ਚ ਵੀ 2 ਦਰਵਾਜ਼ੇ ਨੇ। ਸੀਵੀਏ ਸਾਹਿਬ ਦੀ ਉਮਰ ਮੇਰੇ ਖਿਆਲ ਭੈਣ ਰਾਣੀ 83 ਤੋਂ ਵੱਧ ਹੋਏਗੀ। ਮੈਂ ਨੰਬਰ ਦਿਆਂਗਾ, ਆਸ਼ੀਰਵਾਦ ਲਿਓ ਤੁਸੀਂ ਵੀ। ਇਹਨਾਂ ਦੀਆਂ ਕਿਤਾਬਾਂ ਬਾਰੇ ਵੀ ਦੱਸਣਾ ਜ਼ਰੂਰ ਭੈਣ, ਮੈਂ WhatsApp ਕਰਾਂਗਾ ਤੁਹਾਨੂੰ। ਤੇ ਮੱਖਣ ਪੁਰੇਵਾਲ ਬਾਈ ਜੀ ਫਰਾਂਸ ਤੋਂ ਵੀ ਆਪਣੇ ਸਬਸਕ੍ਰਾਈਬਰ ਨੇ। ਪ੍ਰਗਟ ਸਿੰਘ ਬਾਲ ਮਝਾਲ ਭਰਾ ਥੈਂਕ ਯੂ। ਤੇ ਏਅਰਪੋਰਟ ਦੇ ਹਾਲਾਤ ਰਾਸ਼ਟਰਪਤੀ ਦੇ ਦੇਸ਼ ਛੱਡਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਅਫਰਾ ਤਫਰੀ ਦਾ ਮਾਹੌਲ ਹੈ। ਬਿਨਾਂ ਵੀਜ਼ੇ ਤੋਂ ਅਮਰੀਕਾ ਕੈਨੇਡਾ ਨੂੰ ਜਹਾਜ਼ ਲਿਜਾ ਰਹੇ ਨੇ। ਇਸ ਦੇ ਨਾਲ ਹੀ ਭਾਰਤ ਤੇ ਖਾਸ ਕਰਕੇ ਬ੍ਰਿਟੇਨ ਤੋਂ ਜਾਣ ਵਾਲੇ ਨੇ ਫਲਾਈਟਾਂ ਦੇ ਰੂਟ ਉੱਪਰ ਵੀ ਅਸਰ ਪਵੇਗਾ। ਬਿਲਕੁਲ ਦਲਵੀਰ ਰੰਧਾਵਾ ਲਿਖਦੇ ਨੇ। ਸ਼ੇਰਗਿੱਲ ਸਾਹਿਬ ਕਹਿੰਦੇ ਬੜੀ ਜਾਣਕਾਰੀ ਦੇ ਰਹੇ ਨੇ ਜਨਰੇਸ਼ਨ ਨੂੰ। ਸੀਵੀਏ ਸਾਹਿਬ, ਯਾਦਵਿੰਦਰ ਸਿੰਘ, ਬਲਵਿੰਦਰ ਸਿੰਘ, ਰਘਵੀਰ ਸਿੰਘ UK ਤੋਂ, ਜਸਵਿੰਦਰ ਸਿੰਘ, ਇਕਬਾਲ ਸਿੰਘ ਪਾਲ ਬਾਈ ਜੀ ਟਵਾਣਾ ਦਤੂਪੁਰ ਤੋਂ ਥੈਂਕ ਯੂ। ਪਿੰਟੂ ਵਾਲੀਆ ਨੀਦਰਲੈਂਡ ਤੋਂ। ਸਭ ਸੱਜਣਾਂ ਦਾ ਧੰਨਵਾਦ। ਸੋ ਇਹ ਸੀ ਦੋਸਤੋ ਵਿਰਾਸਤਾਂ ਦੀ ਗੱਲ। ਤੇ ਲਓ ਫਿਰ ਸਵੇਰੇ 6 ਵਜੇ ਹੁੰਦੀ ਮੁਲਾਕਾਤ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ। ਸ਼ਬਾ ਖੈਰ, ਸਤਿ ਸ਼੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।